ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਦੋ ਉੱਕੀਆਂ ਹਸਤੀਆਂ। ਮੇਰੇ ਬਿਲਕੁਲ ਨਾਲ ਬੈਠੇ ਨੇ ਅਮਨਦੀਪ ਸੰਧੂ, ਜਿਹੜੇ ਕਿ ਕੁੱਲ ਵਕਤੀ ਰਾਈਟਰ ਨੇ, ਆਈਟੀ ਇੰਡਸਟਰੀ ਨਾਲ ਉੱਦਾਂ ਜੁੜੇ ਹੋਏ ਆ। ਇਹਨਾਂ ਦੀ ਕਿਤਾਬ ਪੰਜਾਬ ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਹੋਰ ਬਹੁਤ ਸਾਰੀਆਂ ਕਿਤਾਬਾਂ ਇਹਨਾਂ ਨੇ 84 ਤੇ ਵੀ ਲਿਖਿਆ। ਪੰਜਾਬ ਦੇ ਦੁਖਾਂਤ ਨੂੰ ਲੈ ਕੇ ਤੇ ਪੰਜਾਬ ਦੇ ਸੁਖਾਂਤ ਨੂੰ ਲੈ ਕੇ ਦੋਨਾਂ ਚੀਜ਼ਾਂ ਦੇ ਰੂਬਰੂ ਇਹ ਕਾਫੀ ਸਪਸ਼ਟ ਨੇ। ਦੂਜੇ ਸਾਡੇ ਕੋਲ ਪ੍ਰੋਫੈਸਰ ਜੋਧਕਾ ਸਾਹਿਬ ਨੇ, ਸੁਰਿੰਦਰ ਸਿੰਘ ਜੋਧਕਾ ਸਾਹਿਬ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ, ਤੁਹਾਨੂੰ ਵੀ ਪਤਾ, ਪ੍ਰੋਫੈਸਰ ਨੇ, ਸਾਡੇ ਨਾਲ ਜੁੜਦੇ ਰਹਿੰਦੇ ਆ ਔਰ ਇਹ ਇੱਕ ਬੜਾ ਸ਼ਾਨਦਾਰ ਆਰਟੀਕਲ ਲਿਖ ਰਹੇ ਆ ਪੰਜਾਬ ਦੀ ਹੋਣੀ ਨੂੰ ਲੈ ਕੇ, ਪੰਜਾਬ ਦੇ ਰਾਜਨੀਤਿਕ ਤੇ ਸਮਾਜਿਕ ਸਰੋਕਾਰਾਂ ਨੂੰ ਲੈ ਕੇ। ਅੱਜ ਜਦੋਂ ਅਸੀਂ ਆਮ ਆਦਮੀ ਪਾਰਟੀ ਦੇ ਰਾਜ ਵਿੱਚ ਹੈ, ਇਤਿਹਾਸ ਬਣ ਚੁੱਕਿਆ। ਅੱਜ ਸਵੇਰੇ ਦਫ਼ਤਰਾਂ 'ਚ ਹਾਜ਼ਰੀ 9 ਵਜੇ ਤੋਂ ਹੀ ਸੀਗੀ, ਭਾਵੇਂ ਸ਼ਨੀਵਾਰ ਸੀਗਾ, ਲੇਕਿਨ ਨਾਲ ਦੀ ਨਾਲ ਅੱਜ ਸੜਕਾਂ ਤੇ ਮਾਈਨਿੰਗ ਦੇ ਟਰੱਕ ਨਜਾਇਜ਼ ਦੌੜਦੇ ਨਜ਼ਰ ਨਹੀਂ ਆਏ। ਅੱਜ ਸਿਕਿਉਰਿਟੀ ਬੇਮਤਲਬ ਦੀ, ਬੇਫਜ਼ੂਲ ਵਾਪਸ ਹੋ ਚੁੱਕੀ ਆ। ਲੇਕਿਨ ਇਹ ਮਾਮਲਾਤ ਮਸਲੇ ਹੱਲ ਨਹੀਂ ਕਰਦੇ। ਪੰਜਾਬ ਦੀ ਨਬਜ਼ ਟਟੋਣ ਵਾਲਿਆਂ ਨੂੰ ਪਤਾ ਹੈ ਕਿ ਇਹਦੇ ਮਾਮਲੇ ਸੱਭਿਆਚਾਰਕ ਵੀ ਨੇ ਔਰ ਆਰਥਿਕ ਵੀ ਨੇ, ਪ੍ਰਵਾਸ ਦੇ ਵੀ ਨੇ ਔਰ ਇੱਥੇ ਦੇ ਜਿਹੜੇ ਅਮਨ ਕਾਨੂੰਨ ਤੋਂ ਲੈ ਕੇ ਬਾਕੀ ਮਾਮਲੇ ਸਾਰੇ ਨੇ। ਦਿੱਲੀ ਮਾਡਲ ਤੋਂ ਪੰਜਾਬ ਦੇ ਧਰਾਤਲ ਤੱਕ ਜਾ ਕੇ ਅੱਗੇ ਵਧਣਾ ਇੱਕ ਟਫ ਜੌਬ ਹੈ, ਲੇਕਿਨ ਸਕਾਰਾਤਮਕਤਾ, ਪੋਜ਼ਿਟਿਵਿਟੀ ਨਾਲ ਗੱਲ ਸ਼ੁਰੂ ਕਰਨ ਲੱਗਿਆ, ਕਿਉਂਕਿ ਆਮ ਆਦਮੀ ਪਾਰਟੀ ਨੂੰ ਦਿਲ ਖੋਲ ਕੇ ਪੰਜਾਬ ਨੇ ਕਲਾਵੇ 'ਚ ਲੈ ਲਿਆ। ਹੁਣ ਕੇਜਰੀਵਾਲ ਪੰਜਾਬ ਨਾਲ ਕਿਹੋ ਜਿਹਾ ਸਲੂਕ ਕਰਦੇ ਆ, ਕੇਂਦਰ ਤੇ ਕੇਜਰੀਵਾਲ ਕਿੰਨੇ ਆਮਣੇ ਸਾਹਮਣੇ ਹੁੰਦੇ ਆ, ਪੰਜਾਬ ਜੰਗ ਦਾ ਅਖਾੜਾ ਬਣਦਾ ਹੈ ਜਾਂ ਇੱਥੇ ਫਿਰ ਇੱਕ ਵਾਰੀ ਗੁਲਾਬ ਦੀ ਮਹਿਕ ਤੁਰਦੀ ਆ। ਸਥਾਪਤੀ ਪਿਛਾਂ ਤੁਰ ਚੁੱਕੀ ਆ। ਲੇਕਿਨ ਦੋ ਮਹਿਮਾਨ ਮੇਰੇ ਨਾਲ ਆ। ਜੋਧਕਾ ਸਾਹਿਬ ਤਾਂ ਦਿੱਲੀ ਦੀਆਂ ਉਹਨਾਂ ਸਾਰੀਆਂ ਗਲੀਆਂ ਨੂੰ ਜਾਣਦੇ ਆ ਜਿਨ੍ਹਾਂ ਦੇ ਵਿੱਚ ਕੇਜਰੀਵਾਲ ਦਾ ਰਾਜ ਹੈ। ਤੇ ਜੋਧਕਾ ਸਾਹਿਬ ਤੋਂ ਜੇ ਗੱਲ ਸ਼ੁਰੂ ਕਰ ਲਈਏ, ਮੈਨੂੰ ਦੱਸਿਓ ਪ੍ਰੋਫੈਸਰ ਸਾਹਿਬ ਕਿ ਸੰਧੂ ਸਾਹਿਬ ਪਹਿਲੀ ਵਾਰ ਜੁੜੇ, ਇਹਨਾਂ ਤੋਂ ਤੋਰ ਲਈਏ ਗੱਲ। ਸੰਧੂ ਸਾਹਿਬ, ਮੈਨੂੰ ਇਹ ਜ਼ਰੂਰ ਦੱਸੋ ਕਿ ਪੰਜਾਬ ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਹੁਣ ਜੰਮੇ ਤੁਸੀਂ ਪੰਜਾਬ ਚੋਂ, ਪਲੇ ਤੁਸੀਂ ਉੜੀਸਾ ਥਰੂ ਬੰਗਲੌਰ ਰਹਿੰਦੇ ਹੋ, ਹੁਣ ਮੈਨੂੰ ਇਹ ਜ਼ਰੂਰ ਦੱਸੋ ਕਿ ਦੂਰੋਂ ਬਹਿ ਕੇ ਪੰਜਾਬ ਕਿਵੇਂ ਦਾ ਦਿਸਦਾ ਹੈ, ਤੇ ਜਿਹੜਾ ਰਜੀਮ ਸਾਡੇ ਤੇ ਹੁਣ ਸ਼ਾਮਲ ਹੋਇਆ ਹੈ ਕੇਜਰੀਵਾਲ, ਇਹ ਸਾਨੂੰ ਪਾਰ ਲਾ ਦੂ? ਸਤਿ ਸ੍ਰੀ ਅਕਾਲ ਜੀ। ਪਹਿਲਾਂ ਤਾਂ ਮਿਹਰਬਾਨੀ ਸੱਦਣ ਵਾਸਤੇ। ਪਾਰ ਲਾਊ ਕੀ ਨਹੀਂ ਇਹ ਤਾਂ ਦੇਖ ਲਾਂਗੇ ਆਪਾਂ। ਜਿਵੇਂ ਆਪਾਂ ਪਹਿਲਾਂ 2 ਵਾਰੀ ਵੋਟਾਂ ਪਾਈਆਂ ਨੇ, 17 ਚ ਵੀ ਤੇ ਹੁਣ 22 ਚ ਵੀ। ਜੇ ਨਾ ਖੁਸ਼ ਹੋਏ ਲੋਕ ਤਾਂ ਫਿਰ ਤਾਂ ਉਹੋ ਜਿਹੀ ਵੋਟ ਪਾਉਂਦੇ ਨੇ ਨਾ ਕਿ ਸਾਰਾ ਝਾੜੂ ਹੀ ਮਾਰ ਦਿੰਦੇ ਨੇ। ਐਤਕਾ ਝਾੜੂ ਮਾਰਤਾ, ਪਿਛਲੀ ਵਾਰੀ ਪੰਜੇ ਨਾਲ ਹਟਾਤਾ ਸੀਗਾ। ਤੇ ਇਹ ਤਾਂ ਹੁਣ 5 ਸਾਲ ਆਪ ਵਾਸਤੇ ਹੈਗੇ ਨੇ। ਪਹਿਲੀ ਫੁੱਲ ਫਲੈਜ ਸਟੇਟ ਮਿਲੀ ਉਹਨਾਂ ਨੂੰ। ਅੱਜ ਦੇ ਤਾਂ 8-9 ਸਾਲ ਤੋਂ ਬਹਾਨੇ ਮਾਰਦਾ ਰਿਹਾ ਕੇਜਰੀਵਾਲ ਕਿ ਮੇਰੇ ਕੋਲ ਪੁਲਿਸ ਨਹੀਂ ਹੈਗੀ, ਮੇਰੇ ਕੋਲ ਇਹ ਨਹੀਂ ਹੈਗਾ, ਉਹ ਨਹੀਂ ਹੈਗਾ ਦਿੱਲੀ ਵਿੱਚ। ਹੁਣ ਤਾਂ ਸਾਰਾ ਕੁਝ ਇਹਦੇ ਕੋਲ ਹੋਊਗਾ। ਹੁਣ ਦੇਖਦੇ ਆ ਕਿਵੇਂ ਚਲਾਉਂਦਾ। ਪਰ ਇੱਥੇ ਹੀ ਮੈਂ ਮਤਲਬ ਹੁਣ ਜਿਵੇਂ ਦੇਖੋ, ਉਹੀ ਆਦਤ ਹੈ ਨਾ, ਕੇਜਰੀਵਾਲ ਕਹਿ ਦੇਣਾ ਆਪ ਨੂੰ। ਮੇਰਾ ਖਿਆਲ ਉਹ ਬਹੁਤ ਗੰਭੀਰ ਮਸਲਾ ਹੈਗਾ ਕਿ ਭਗਵੰਤ ਮਾਨ ਕਿਵੇਂ ਦਿੱਲੀ ਦੀ ਆਪ ਨੂੰ ਪੰਜਾਬ ਦੀ ਆਪ ਤੋਂ ਬਾਹਰ ਰੱਖਦਾ। ਇਹ ਨਹੀਂ ਹੈਗਾ ਕਿ ਬਿਲਕੁਲ ਹੀ ਦਖਲ ਅੰਦਾਜ਼ਗੀ ਨਹੀਂ ਹੋਊਗੀ। ਮਿਨਿਸਟਰ ਦੇ ਚੋਣ ਵੀ ਹੋਣਗੇ, ਆਲੇ ਅਫਸਰ ਵੀ ਲਾਉਣਗੇ, ਉਹ ਸਾਰਾ ਕੁਝ ਹੋਊਗਾ, ਠੀਕ ਹੈ। ਪਰ ਡੇਲੀ ਦੀ ਜਿਹੜੀ ਨੋਕ ਝੋਕ ਹੁੰਦੀ ਹੈ ਉਹਦੇ ਚੋਂ ਬਾਹਰ ਰੱਖੇ ਤਾਂ ਭਲਾ ਹੈਗਾ ਪੰਜਾਬ ਦਾ, ਖਾਸ ਕਰਕੇ। ਕਿਉਂਕਿ ਹੁਣ ਤਾਂ ਆਪ ਨੂੰ, ਜਿਵੇਂ ਕਾਂਗਰਸ ਕੋਲ 2 ਸਟੇਟਾਂ ਨੇ, ਹੁਣ ਆਪ ਕੋਲ 2 ਸਟੇਟਾਂ ਹੋ ਗਈਆਂ। ਉਹਦੀ ਐਂਬੀਸ਼ਨਸ ਤਾਂ ਨੈਸ਼ਨਲ ਹੈ। ਕੇਜਰੀਵਾਲ ਸਾਹਿਬ ਉਧਰ ਫੋਕਸ ਕਰਨ, ਮਾਨ ਇੱਧਰ ਚਲਾਵੇ ਪੰਜਾਬ ਨੂੰ, ਤਾਂ ਥੋੜਾ ਜਿਹਾ ਠੀਕ ਚੱਲ ਸਕਦਾ ਹੈਗਾ। ਜੀ ਜੋਧਕਾ ਸਾਹਿਬ, ਇੱਕ ਸਵਾਲ ਹੈ। ਵੈਸੇ ਕਹਿੰਦੇ ਹੁੰਦੇ ਆ ਜਿਹੜੇ ਸ਼ੁਰੂ ਚ ਸਵਾਲ ਕਰਨੇ ਸ਼ੁਰੂ ਕਰਦੇ ਨੇ ਉਹਨਾਂ ਤੇ ਸਵਾਲ ਬੜੇ ਉੱਠਦੇ ਆ। ਕਹਿੰਦੇ ਹਨੀਮੂਨ ਤਾਂ ਦੇਣਾ ਚਾਹੀਦਾ ਨਾ ਪੀਰੀਅਡ। ਲੇਕਿਨ ਮੈਂ ਜੋਧਕਾ ਸਾਹਿਬ ਇਹ ਪੁੱਛਦਾ ਹੈ ਕਿ ਛੋਟੀ ਸਟੇਟ ਦਾ ਮੁੱਖ ਮੰਤਰੀ, ਜਿਹੜਾ ਪ੍ਰਧਾਨ ਵੀ, ਕਨਵੀਨਰ ਆਮ ਆਦਮੀ ਪਾਰਟੀ ਦਾ, ਉਹ ਆਪਣੇ ਦੂਜੇ ਮੁੱਖ ਮੰਤਰੀ ਨਾਲ ਕਿਵੇਂ ਪੇਸ਼ ਆਊ ਜਿਹਦੀ ਸਟੇਟ ਵੀ ਵੱਡੀ ਹੋਗੀ, ਜਿਹਦੇ ਕੋਲ ਰਿਸੋਰਸ ਵੀ ਵੱਡੇ ਹੋਣਗੇ, ਆਜ਼ਾਦੀ ਵੀ ਜ਼ਿਆਦਾ ਹੋਊਗੀ, ਦਿੱਲੀ ਦੀ ਧੌਂਸ ਕੇਂਦਰ ਦੀ ਵੀ ਨਹੀਂ। ਭਗਵੰਤ ਮਾਨ ਨਾਲ ਕਿਤੇ ਜੈਲਸੀ ਤਾਂ ਨਹੀਂ ਆਜੂ ਕੇਜਰੀਵਾਲ ਨੂੰ? ਇੱਥੋਂ ਸ਼ੁਰੂ ਕਰਦੇ ਆ। ਤੁਸੀਂ ਤਾਂ ਦੇਖਿਆ, ਨੇੜਿਓਂ ਮਾਣਿਆ ਕੇਜਰੀਵਾਲ ਦਾ ਰਜੀਮ। ਜਿਵੇਂ ਤੁਸੀਂ ਕਿਹਾ, ਪੋਜ਼ਿਟਿਵਲੀ ਸ਼ੁਰੂ ਕਰੀਏ। ਇਸੇ ਸਵਾਲ ਨੂੰ ਹੋਰ ਤਰੀਕੇ ਨਾਲ ਵੀ ਪੁੱਟ ਕੀਤਾ ਜਾ ਸਕਦਾ ਕਿ ਆਮ ਨਵੀਂ ਪਾਰਟੀ ਹੈਗੀ, ਉਹਨੂੰ ਪਤਾ ਵੀ ਨਹੀਂ ਗਾ ਆਪਣੇ ਬਾਰੇ, ਉਹ ਇਵੋਲਵ ਵੀ ਨਹੀਂ ਹੋਈ। ਤੇ ਇਹ ਪਹਿਲੀ ਵਾਰੀ ਹੈ ਕਿ ਪਹਿਲੇ ਤਾਂ ਛੋਟੀ ਦਿੱਲੀ ਜਿਹਾ ਬੇਸ ਸੀਗਾ, NGO ਸੀਗੇ,
ਇਹਨਾਂ ਨੇ ਪਾਰਟੀ ਬਣਾ ਲਈ, ਸਰਕਾਰ ਬਣ ਗਈ ਤੇ ਇੱਥੇ ਨਵੇਂ-ਨਵੇਂ ਐਕਸਪੈਰੀਮੈਂਟ ਕਰ ਰਹੇ ਆ, ਕੁਝ ਕਾਮਯਾਬ ਹੋਏ, ਕੁਝ ਆਪਣਾ ਉਹਦੇ ਸਿੱਖ ਰਹੇ ਆ, ਕੁਝ ਉਹਨਾਂ ਨੂੰ ਕੁਝ ਅਥਾਰਟੀ ਸਟਰਕਚਰ ਦੀ ਵੀ ਕਾਫੀ ਪ੍ਰੋਬਲਮਸ ਰਹੀਆਂ ਹੈਗੀਆਂ ਸ਼ੁਰੂ ਤੋਂ ਲੈ ਕੇ ਹੁਣ ਤੱਕ। ਜਦੋਂ ਪੰਜਾਬ ਵਿੱਚ ਵੀ ਪਹਿਲੇ ਸੀਗੇ ਐਮਪੀ ਤੋਂ ਤੇ ਛੱਡ ਹੀ ਗਏ ਕਿਉਂਕਿ ਉਹਨਾਂ ਦੇ ਨਾਲ ਕੋਈ ਕਮਿਊਨੀਕੇਸ਼ਨ ਹੋ ਨਹੀਂ ਸਕੀ। ਹੁਣ ਕਿਉਂਕਿ ਇਹਨਾਂ ਦੀ ਸਟੇਟ ਗਵਰਨਮੈਂਟ ਦੂਜੇ ਸਟੇਟ ਵਿੱਚ ਹੈਗੀ, ਆਪ ਨੂੰ ਇੱਕ ਫੈਡਰਲ ਮਾਡਲ ਦੇ ਬਾਰੇ ਵੀ ਸੋਚਣਾ ਪੈਣਾ ਹੈ ਕਿ ਇਹ ਕਿਵੇਂ ਤੁਸੀਂ ਆਪਣੇ ਨੈਸ਼ਨਲ ਲੈਵਲ ਤੇ ਕੋਆਰਡੀਨੇਟ ਕਰੋਗੇ ਜੇ ਤੁਹਾਡੀਆਂ ਸਰਕਾਰਾਂ 3 ਸਟੇਟਾਂ 'ਚ ਹੋ ਜਾਂਦੀਆਂ। ਬਾਕੀ ਪਾਰਟੀਆਂ ਜਿਹੜੀਆਂ ਸ਼ੁਰੂ ਤੋਂ ਨੈਸ਼ਨਲ ਪਾਰਟੀਆਂ ਬਣਦੀਆਂ ਹੈਗੀਆਂ ਜਾਂ ਉਹ ਹਮੇਸ਼ਾ ਹੀ ਰੀਜਨਲ ਪਾਰਟੀਆਂ ਰਹਿ ਜਾਂਦੀਆਂ ਹੈਗੀਆਂ। ਇੱਕ ਨਵਾਂ ਐਕਸਪੈਰੀਮੈਂਟ ਹੈ ਇੰਡੀਅਨ ਪੋਲਿਟਿਕਸ ਵਿੱਚ ਵੀ, ਜਿਹੜੀ ਇੱਕ ਐਂਬੀਸ਼ੀਅਸਲੀ ਨੈਸ਼ਨਲ ਪਾਰਟੀ ਸੀਗੀ ਪਰ ਸੀਗੀ ਉਹ ਲੋਕੇਟਡ ਸਿਰਫ ਦਿੱਲੀ 'ਚ। ਦਿੱਲੀ ਦਾ ਸਟੇਟ ਵੀ ਨਹੀਂ ਹੈਗਾ, ਦਿੱਲੀ ਤਾਂ ਇੱਕ ਸ਼ਹਿਰ ਹੈਗਾ, ਸ਼ਹਿਰ ਦੇ ਵਿੱਚ ਵੀ ਉੱਥੇ ਜ਼ਿਆਦਾ ਸੈਂਟਰਲ ਗਵਰਨਮੈਂਟ ਦੀ ਚੱਲਦੀ ਆ, ਪੁਲਿਸ ਤੱਕ ਇਹਨਾਂ ਦੇ ਹੱਥ 'ਚ ਨਹੀਂ ਹੈਗੀ, ਹੋਰ ਵੀ ਕਈ ਇਹਨਾਂ ਦੇ ਰਾਈਟਸ ਚਲੇ ਗਏ ਇਹਨਾਂ ਦੇ ਕੋਲੋਂ। ਮਤਲਬ ਦਿੱਲੀ ਤਾਂ ਨੋਮੀਨਲ ਜਿਹਾ ਇਹਨਾਂ ਦਾ ਪੋਲੀਟੀਕਲ ਪ੍ਰੈਜ਼ੈਂਸ ਸੀ, ਕਿਸੇ ਲੈਵਲ ਤੇ ਨਾ ਤਾਂ ਆਪਣੇ ਆਪ ਨੂੰ ਪ੍ਰੂਵ ਕਰ ਸਕਦੇ ਆ ਤੇ ਇਸੇ ਲੈਵਲ ਤੇ ਉਹਨਾਂ ਨੂੰ ਐਕਸਕਿਊਜ਼ ਵੀ ਮਿਲ ਜਾਂਦਾ ਕਿ ਹਾਂ ਜੀ ਸਾਨੂੰ ਕਾਹਨੂੰ ਕ੍ਰਿਟੀਸਾਈਜ਼ ਕਰਦੇ ਹੋ, ਤਾਂ ਸੈਂਟਰਲ ਗਵਰਨਮੈਂਟ ਦੇ ਅੰਡਰ ਹੁੰਦਾ। ਦੂਜੇ ਪਾਸੇ ਉਹ ਕਾਰਪੋਰੇਸ਼ਨਸ ਹੈਗੀਆਂ, ਪਤਾ ਨਹੀਂ ਲੱਗਦਾ ਕਿਹੜੀ ਚੀਜ਼ ਕਿਹਦੇ ਅੰਦਰ ਹੈਗੀ। ਉਹ ਸਕੂਲ ਚੰਗੇ ਚੱਲ ਰਹੇ ਆ, ਉਹਦਾ ਕ੍ਰੈਡਿਟ ਉਹ ਲੈ ਜਾਣਗੇ, ਜੇ ਨਾਲੀ ਠੀਕ ਨਹੀਂ ਹੈਗੀ ਤਾਂ ਉਹਦਾ ਕ੍ਰੈਡਿਟ ਡੈਬਿਟ ਕੌਣ ਲਊਗਾ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਮਤਲਬ ਪਹਿਲੀ ਵਾਰੀ ਇਹਨਾਂ ਨੂੰ ਕਿਸੇ ਨਾ ਕਿਸੇ ਲੈਵਲ ਤੇ ਪੋਲੀਟੀਕਲ ਰਿਐਲਿਟੀਜ਼ ਨੂੰ ਕਨਫਰੰਟ ਕਰਨਾ ਪੈਣਾ ਤੇ ਗਰਾਊਂਡ ਲੈਵਲ ਦੀ ਪ੍ਰੋਬਲਮ ਨਹੀਂ ਹੈਗੀ, ਇਹ ਸਿਰਫ ਕਨਸੈਪਚੁਅਲ ਪ੍ਰੋਬਲਮ ਨਹੀਂ ਹੈਗੀ, ਇਹ ਹਿਸਟੋਰੀਕਲ ਪ੍ਰੋਬਲਮ ਹੈਗੀ ਜਿਹੜੀ ਲਾਰਜਰ ਇੰਡੀਅਨ ਪੋਲਿਟਿਕਸ ਨੂੰ ਰੀਡਿਫਾਈਨ ਕਰੇਗੀ। ਕਿਉਂਕਿ ਆਪ ਦਾ ਜਿੰਨਾ ਜਿਹੜੇ ਹਿਸਾਬ ਨਾਲ ਪੰਜਾਬ ਵਿੱਚ ਹੋਇਆ, ਕਿਸੇ ਹਿਸਾਬ ਨਾਲ ਦਿੱਲੀ 'ਚ ਵੀ ਉਹੀ ਹੋਇਆ ਸੀਗਾ ਤੇ ਲੋਕਾਂ ਨੇ ਕਿਹਾ ਸੀ ਇਹ ਸ਼ਹਿਰੀ ਪਾਰਟੀ ਹੈਗੀ, ਸ਼ਹਿਰੀ ਲੋਕ ਮਤਲਬ ਜਿਹੜੇ ਜ਼ਿਆਦਾ ਡਿਮਾਂਡਿੰਗ ਹੁੰਦੇ ਆ, ਉਸ ਕਰਕੇ ਇਹਨਾਂ ਨੇ ਨਾ ਡਿਲੀਵਰੀ ਤੇ ਜ਼ਿਆਦਾ ਫੋਕਸ ਹੁੰਦਾ ਉਹਨਾਂ ਦਾ, ਇਸ ਵਾਸਤੇ ਆਪ ਨੂੰ ਜਿਤਾਇਆ। ਬਾਕੀ ਜਿਹੜੇ ਸਟੇਟ ਹੈਗੇ ਉਹ ਰੂਰਲ ਹੈਗੇ ਤੇ ਉਹਨਾਂ ਦਾ ਹਿਸਾਬ ਕਿਤਾਬ ਵੱਖਰਾ ਹੋਏਗਾ। ਪੰਜਾਬ ਉਸ ਸਾਰੇ ਥਿਊਰੀ ਨੂੰ ਕੰਟਰਡਿਕਟ ਕਰਦਾ। ਸੋ ਉਸ ਪੋਲਿਟਿਕਸ ਨੂੰ ਨਵੇਂ ਤਰੀਕੇ ਨਾਲ ਸੋਚਣਾ ਪੈਣਾ ਹੈਗਾ। ਉਹਦੇ ਵਿੱਚ ਨੈਚੁਰਲੀ ਫਿਰ ਜਿਹੜੇ ਨਵੇਂ ਪਾਵਰ ਦਾ ਡੀਸੈਂਟਰਲਾਈਜੇਸ਼ਨ ਕਿਵੇਂ ਕਰੋਗੇ ਤੁਸੀਂ, ਇੰਸਟੀਟਿਊਸ਼ਨਸ ਕਿਵੇਂ ਐਸਟੈਬਲਿਸ਼ ਕਰੋਗੇ। ਚੀਫ ਮਿਨਿਸਟਰਸ਼ਿਪ ਇੱਕ ਇੰਸਟੀਟਿਊਸ਼ਨ ਹੈਗੀ, ਦੂਜੇ ਸਟੇਟ ਦਾ ਇੰਸਟੀਟਿਊਟ ਚੀਫ ਮਿਨਿਸਟਰ ਹੈ, ਦੋਨਾਂ ਦਾ ਆਪਸ ਵਿੱਚ ਕੀ ਰਿਲੇਸ਼ਨਸ਼ਿਪ ਹੋਏਗਾ। ਉਹ ਜਿਹੜਾ ਪੂਰਾ ਦਾ ਪੂਰਾ ਕਮਾਂਡ ਸਟਰਕਚਰ ਹੈਗਾ ਉਹਦੇ ਬਾਰੇ ਇਹਨਾਂ ਨੂੰ ਬਹੁਤ ਕਨਸੈਪਚੁਅਲੀ ਤੇ ਪ੍ਰੈਕਟੀਕਲੀ ਸੋਚਣਾ ਚਾਹੀਦਾ ਹੈਗਾ, ਸੋਚਣਾ ਪੈਣਾ ਹੈਗਾ। ਮੈਨੂੰ ਲੱਗਦਾ ਸੋਚ ਵੀ ਰਹੇ ਹੋਣੇ ਆ, ਜੇ ਨਹੀਂ ਸੋਚਣਗੇ ਤਾਂ ਫਿਰ ਮੈਨੂੰ ਲੱਗਦਾ ਪ੍ਰੋਬਲਮਸ ਹੋਣਗੀਆਂ ਜਿਹੜੀਆਂ ਆਪਾਂ ਨੂੰ ਸਾਰਿਆਂ ਨੂੰ ਡਰ ਲੱਗ ਰਿਹਾ ਕਿਸੇ ਨਾ ਕਿਸੇ ਲੈਵਲ ਤੇ। ਜੋ ਨਹੀਂ ਕਰਨਗੇ ਤਾਂ ਫਿਰ ਉਹ ਸੀਰੀਅਸ ਸਿਚੁਏਸ਼ਨ ਆਏਗੀ, ਉਹਦੇ ਵਾਸਤੇ ਹੋਰ ਕਈ ਤਰ੍ਹਾਂ ਦੇ ਡਾਇਨਾਮਿਕਸ ਨਿਕਲ ਸਕਦੇ ਆ। ਪੰਜਾਬੀਆਂ ਨੂੰ ਕੰਟਰੋਲ ਕਰਨਾ ਦਿੱਲੀੋਂ ਔਖਾ ਹੀ ਨਹੀਂ ਹੈਗਾ, ਇੰਪੋਸੀਬਲ ਹੈਗਾ। ਇਹ ਸਾਰੇ ਆਪਾਂ ਦੇਖ ਲਿਆ, ਦਿੱਲੀ ਵਾਲਿਆਂ ਨੂੰ ਵੀ ਪਤਾ ਹੈਗਾ, ਇਹ ਗੱਲ ਨਹੀਂ ਕਿ ਪਤਾ ਆਪਾਂ ਦੇਖ ਹੀ ਲਿਆ। ਵੈਸੇ ਅਮਨਦੀਪ ਸੰਧੂ ਕੁਝ ਕਹਿਣ ਲੱਗੇ, ਲੇਕਿਨ ਉਸ ਤੋਂ ਪਹਿਲਾਂ ਮੈਂ ਇਹ ਦੱਸ ਦਿਆਂ ਕਿ ਅਮਨਦੀਪ ਸੰਧੂ ਅੰਗਰੇਜ਼ੀ 'ਚ ਲਿਖਦੇ ਆ ਤੇ ਹੈ ਪੰਜਾਬੀ ਨੇ, ਸੋਚਦੇ ਜਿਉਂਦੇ ਪੰਜਾਬੀ ਨੂੰ ਆ, ਲੇਕਿਨ ਲਿਖਦੇ ਅੰਗਰੇਜ਼ੀ 'ਚ। ਜਦੋਂ ਇਹਨਾਂ ਨੇ ਪੰਜਾਬ ਜਰਨੀ ਥਰੂ ਫਾਲਟ ਲਾਈਨਸ ਲਿਖਿਆ ਹੈ ਤਾਂ ਉਹ ਫਾਲਟ ਲਾਈਨਸ ਕਿਹੜੀਆਂ ਸੀਗੀਆਂ ਇਹਦੇ ਤੇ ਵੀ ਗੱਲ ਕਰਾਂਗੇ। ਪਹਿਲਾਂ ਤੁਸੀਂ ਉਸੇ ਹੀ ਸੰਦਰਭ 'ਚ ਕੁਝ ਅੱਗੇ ਵਧਾ ਰਹੇ ਸੀ ਗੱਲ, ਕੀ ਕਹਿੰਦੇ ਹੋ? ਹਾਂ ਨਹੀਂ, ਜਿਵੇਂ ਜੋੜਕਰ ਸਰ ਕਹਿ ਰਹੇ ਸੀ, ਮੈਂ ਉਹਦੇ 'ਚ ਐਡ ਕਰਨਾ ਚਾਹੁੰਦਾ ਸੀਗਾ ਕਿ ਪਿਛਲੇ ਕੁਝ ਸਾਲਾਂ ਤੋਂ ਖਾਸ ਕਰਕੇ ਜਦੋਂ ਦੀ ਆਪ ਪਾਵਰ ਚਾਹੀ ਹੈ ਦਿੱਲੀ ਵਿੱਚ ਹੀ, ਆਪਾਂ ਇਹ ਡਿਲੀਵਰੀ ਆਫ ਗੁੱਡਸ ਨੂੰ ਬਹੁਤ ਵੱਡਾ ਮੰਨਣ ਲੱਗ ਗਏ ਆ ਕਿ ਸਕੂਲ ਚਲਾਤੇ ਜੀ ਇਹਨਾਂ ਨੇ, ਨਾਲੀਆਂ ਬਣਾਤੀਆਂ, ਸੜਕਾਂ ਬਣਾਤੀਆਂ, ਮੁਹੱਲਾ ਕਲੀਨਿਕ ਬਣਾਤੇ। ਪਰ ਮੇਰਾ ਖਿਆਲ ਹੈ ਆਪਾਂ ਨੂੰ ਹੁਣ ਥੋੜਾ ਦੇਖਣਾ ਪੈਣਾ ਕਿ ਇਹ ਡੈਫੀਨੇਸ਼ਨ ਨਹੀਂ ਹੁੰਦੀ ਗਵਰਨਮੈਂਟ ਦੀ। ਇਹ ਤਾਂ ਮਿਊਨਿਸਪੈਲਿਟੀ ਲੈਵਲ ਵਰਕ ਹੈਗਾ ਜਾਂ ਪੰਚਾਇਤ ਦਾ ਲੈਵਲ ਦਾ ਵਰਕ ਹੈਗਾ, ਪਿੰਡਾਂ ਵਿੱਚ ਉਹਨਾਂ ਨੇ ਚਲਾਉਣਾ ਹੁੰਦਾ ਹੈ ਸਾਰਾ ਕੁਝ। ਐਮਐਲਏਜ਼ ਜਿਹੜੇ ਹੁੰਦੇ ਨੇ ਉਹਨਾਂ ਦਾ ਸਟੇਟ ਪਾਲਿਸੀਜ਼ ਬਣਾਉਣੀਆਂ ਹੁੰਦੀਆਂ ਨੇ। ਐਮਐਲਏਜ਼ ਨੇ ਤਾਂ ਇਹ ਜਿਹੜੇ ਐਮਪੀਜ਼ ਹੁੰਦੇ ਉਹਨਾਂ ਨੇ ਨੈਸ਼ਨਲ ਪਾਲਿਸੀਜ਼ ਬਣਾਉਣੀਆਂ ਹੁੰਦੀਆਂ ਨੇ, ਉਹੋ ਜਿਹੀਆਂ ਪਾਲਿਸੀਜ਼ ਕਿ ਸਾਰੇ ਸੁਖਾਲੇ ਰਹਿਣ, ਫਰੀडम ਸਾਡੀਆਂ ਇੰਟੈਕਟ ਰਹਿਣ। ਜਿਹੜੇ ਕੋਈ ਗੱਲ ਹੋ ਜਾਂਦੀ ਹੈ ਜਿਵੇਂ ਕੋਵਿਡ ਆ ਗਿਆ ਸੀਗਾ ਜਾਂ ਪੰਜਾਬ ਵਿੱਚ ਅਨਇੰਪਲੋਇਮੈਂਟ ਦੀ ਇੰਨੀ ਜ਼ਿਆਦਾ ਪ੍ਰੋਬਲਮ ਹੈਗੀ ਹੈ, ਉਹ ਸੌਟ ਆਊਟ ਹੋਵੇ। ਜਿਹੜੇ ਰਿਸੋਰਸਿਸ ਦਾ ਮਸਲਾ ਉਹ ਹੋਵੇ, ਬਾਰਡਰ ਸਟੇਟ ਹੈਗਾ। ਤੇ ਮੈਨੂੰ ਜਿਹੜਾ ਲੱਗਦਾ ਨਾ ਕਿ ਇਹ ਲੋੜ ਵੀ ਸੀਗੀ, ਮਤਲਬ ਮੈਂ ਜਸਟੀਫਾਈ ਨਹੀਂ ਕਰ ਰਿਹਾ, ਮੈਨੂੰ ਸ਼ੁਰੂ ਤੋਂ ਦੇਖ ਰਹੇ ਆਪ ਨੂੰ, ਮੈਂ ਉਦੋਂ ਦਿੱਲੀ ਰਹਿੰਦਾ ਹੁੰਦਾ ਸੀਗਾ ਜਦੋਂ ਅੰਨਾ ਹਜ਼ਾਰੇ ਮੂਵਮੈਂਟ ਹੋਈ ਸੀਗੀ। ਪਰ ਇਹ ਜ਼ਰੂਰ ਮੈਂ ਦੇਖ ਰਿਹਾ ਕਿ ਆਪ ਦੀ ਜਿਹੜੀ ਸਭ ਤੋਂ ਵੱਡੀ ਸਟਰੈਂਥ ਹੈ ਉਹੀ ਉਹਦੀ ਸਭ ਤੋਂ ਵੱਡੀ ਵੀਕਨੈਸ ਵੀ ਹੈ। ਉਹ ਕੇਜਰੀਵਾਲ ਦੀ ਪਰਸਨੈਲਿਟੀ ਹੈ, ਕਿਉਂਕਿ ਉਹ ਕਿਵੇਂ ਐਜ਼ ਅ ਡਿਕਟੇਟਰ ਬਣ ਜਾਂਦਾ ਆਪਣੀ ਪਾਰਟੀ ਦੇ ਅੰਦਰ। 2017 ਵਿੱਚ ਜਦੋਂ ਮੈਂ ਘੁੰਮ ਰਿਹਾ ਸੀ ਇਲੈਕਸ਼ਨਾਂ ਤੋਂ ਪਹਿਲਾਂ, ਮੈਂ ਮਿਲਣ ਗਿਆ ਕੇਜਰੀਵਾਲ ਸਾਹਿਬ ਨੂੰ। ਮੈਂ ਕਿਹਾ ਚਲੋ ਮੈਂ ਤਾਂ ਕਿਤਾਬ ਬਣਾ ਹੀ ਰਿਹਾ, ਪਹਿਲਾਂ ਕੰਵਰ ਸੰਧੂ ਨਾਲ ਮੈਂ ਦੇਖਣ ਗਿਆ ਕਿ ਬੋਲਦਾ ਪੰਜਾਬ ਕਿਵੇਂ ਚੱਲਦਾ ਹੈਗਾ। ਤੇ ਉਹ ਜਿਹੜਾ ਕਲਚਰ ਬਣਿਆ ਹੋਇਆ ਸੀਗਾ ਕਿ ਕੋਈ ਵੀ ਕੁਛ ਇਹ ਨਹੀਂ ਕਹਿ ਸਕਦਾ ਕੇਜਰੀਵਾਲ ਦੇ ਖਿਲਾਫ, ਉਹ ਚੰਗਾ ਨਹੀਂ ਲੱਗਿਆ ਮੈਨੂੰ। ਉਦੋਂ ਮੈਂ ਨਹੀਂ ਮਿਲਿਆ ਫਾਈਨਲੀ। ਉਹ ਮੇਰਾ ਪੈਨ ਤੇ ਮੇਰਾ ਪੈਡ ਵੀ ਰਖਾ ਰਹੇ ਸੀਗੇ ਬਾਹਰ, ਉਹਨਾਂ ਨੂੰ ਸੀ ਸਟਿੰਗ ਆਪਰੇਸ਼ਨ ਹੋ ਜੂ, ਸਟਿੰਗ ਆਪਰੇਸ਼ਨ ਹੋ ਜੂ। ਇਹ ਜਿਹੜਾ ਡਰ, ਜਿਹੜੀ ਸਾਈਕੋਸਿਸ ਸੀਗੀ ਨਾ ਆਪ ਦੀ, ਹੁਣ ਕੇਜਰੀਵਾਲ ਸਾਹਿਬ ਨੂੰ ਆਪ ਨੂੰ ਟਰਾਂਸਫਾਰਮ ਕਰਨਾ ਪੈਣਾ। ਕਿਉਂਕਿ ਜੇ ਉਹ ਨੈਸ਼ਨਲ ਪਾਰਟੀ ਬਣਦੇ ਨੇ ਤਾਂ ਪੰਜਾਬ ਦੀਆਂ ਚਲੋ ਜੋ ਵੀ ਪ੍ਰੋਬਲਮਸ ਹੈਗੀਆਂ ਉਹ ਇਹ ਸਾਂਭਣਗੇ। ਮੱਧ ਪ੍ਰਦੇਸ਼ ਵਿੱਚ ਆ ਜਾਂਦੇ ਨੇ, ਕਰਨਾਟਕਾ 'ਚ ਆ ਜਾਂਦੇ ਨੇ, ਇੱਥੇ
ਬਹੁਤ ਅੱਗ ਲੱਗੀ ਆ ਆਪ ਵਾਲਿਆਂ ਨੂੰ, ਹੁਣ ਬਣਾ ਕੇ ਰਹਿਣਗੇ ਪਾਰਟੀ ਆਪਣੀ, ਹੈ ਨਾ। ਤੇ ਇਹਨਾਂ ਨੂੰ ਹਰ ਸਟੇਟ ਦੇ ਅਲੱਗ-ਅਲੱਗ ਡਾਇਨਾਮਿਕਸ ਨੇ। ਹੁਣ ਕੱਲਾ ਕੇਜਰੀਵਾਲ ਤਾਂ ਨਹੀਂ ਚਲਾ ਸਕਦਾ ਨਾ ਸਾਰਾ ਕੁਝ। ਲੋਕਲ ਜਿਹੜੇ ਚੀਫ ਮਿਨਿਸਟਰਸ ਬਣਾਉਣਗੇ ਉਹਨਾਂ ਨੂੰ ਐਮਪਾਵਰ ਕਰਨਾ ਪਊਗਾ, ਉਹਨੂੰ ਇੱਕ ਸੀਨੀਅਰ ਸਟੇਟਸਮੈਨ ਦਾ ਰੋਲ ਪਲੇ ਕਰਨਾ ਹੋਊਗਾ ਇਸ ਵੇਲੇ। ਉਹ ਟ੍ਰਾਂਸਫਾਰਮੇਸ਼ਨ ਵਾਸਤੇ ਕੇਜਰੀਵਾਲ ਆਪ ਰੈਡੀ ਹੈ ਕਿ ਨਹੀਂ, ਇਹ ਹਜੇ ਸਵਾਲ ਆਪਣੇ ਸਾਹਮਣੇ ਖੜਾ ਹੈਗਾ। ਨਹੀਂ ਸੰਧੂ ਸਾਹਿਬ, ਤੁਸੀਂ ਸਵਾਲ ਠੀਕ ਉਠਾ ਰਹੇ ਹੋ, ਪਰ ਦਰਅਸਲ ਧਰਾਤਲ ਦੇ ਉੱਤੇ ਜੇ ਕੇਜਰੀਵਾਲ ਦਾ ਉਥਾਨ ਹੈ ਪੰਜਾਬ ਦੇ ਵਿੱਚ, ਜੇ ਉਭਾਰ ਹੈ, ਤਾਂ ਉਹਦੀ ਬੈਕਗਰਾਉਂਡ ਦੇ ਵਿੱਚ ਕਿਸਾਨ ਮੂਵਮੈਂਟ ਪਈ ਹੈ। ਉਹਦੀ ਬੈਕਗਰਾਉਂਡ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਰੋਹ ਤੇ ਗੁੱਸਾ ਤੇ ਉਬਲਿਆ ਹੋਇਆ ਜਿਹੜਾ ਆਪਾ ਸੀ ਉਹ ਪਿਆ। ਉਹਨਾਂ ਨੂੰ ਕੋਈ ਵੀ ਸਾਹਮਣੇ ਮਿਲਦਾ, ਉਹਨਾਂ ਨੇ ਸਥਾਪਤੀ ਦੇ ਖਿਲਾਫ ਖੁੱਲ ਕੇ ਆਉਣਾ ਹੀ ਆਉਣਾ ਸੀਗਾ। ਪੰਜਾਬ ਦੇ ਵਿੱਚ ਕੋਈ ਵੀ ਐਸਾ ਨਹੀਂ ਮਿਲਿਆ। ਤੀਜੇ ਫਰੰਟ ਦੀ ਗੱਲ ਜਦੋਂ ਆਉਂਦੀ ਆ, ਕਦੇ ਵੀ ਸੰਗਠਿਤ ਸਰੂਪ ਦੇ ਵਿੱਚ ਸਾਹਮਣੇ ਨਹੀਂ ਸੀ ਆਉਂਦਾ। ਔਰ ਕੇਜਰੀਵਾਲ ਇਸ ਗੱਲੋਂ ਸੁਭਾਗੇ ਰਹੇ ਨੇ। ਉਹਨਾਂ ਨੂੰ ਧੰਨਵਾਦ ਕਰਨਾ ਹੋਊਗਾ ਕਿ 14 ਚ ਵੀ ਪੰਜਾਬੀਆਂ ਨੇ ਉਹਨਾਂ ਨੂੰ ਸਿਰ ਤੇ ਚੱਕ ਲਿਆ ਤੇ ਐਤਕੀ ਫਿਰ ਉਹਨਾਂ ਲਈ ਦੇਸ਼ ਖੋਲ ਦਿੱਤਾ, ਉਹਨਾਂ ਦੀ ਆਪਣੀ ਵੈਲਿਊ ਵਧਾਤੀ ਹੈ। ਹਾਲਾਂਕਿ ਇੱਕ ਮੌਕਾ ਇਹੋ ਜਿਹਾ ਵੀ ਆਉਂਦਾ ਕਿ ਜਦੋਂ ਧਾਰਾ 370 ਦੀ ਗੱਲ ਆਉਂਦੀ, ਕੇਜਰੀਵਾਲ ਕੇਂਦਰ ਦੇ ਨਾਲ ਖਲੋ ਗਏ ਸੀ। ਉਦੋਂ ਉਹਨਾਂ ਦੀ ਮਜਬੂਰੀ ਸੀਗੀ, ਜਿਹੜੀ ਉਹਨਾਂ ਦੀ ਦਿੱਲੀ ਚਲਾਉਣੀ ਸੀ, ਕੇਂਦਰ ਤੋਂ ਬਿਨਾਂ ਨਹੀਂ ਸੀ ਚੱਲ ਰਹੀ। ਉਹਨਾਂ ਨੂੰ ਹਰ ਗੱਲ ਦੇ ਵਿੱਚ ਪੰਗੇਬਾਜ਼ੀ ਆ ਰਹੀ ਸੀ। ਉਹਨਾਂ ਨੂੰ ਹਿੰਦੂ ਵੋਟ ਬੈਂਕ ਵੀ ਸੇਵ ਕਰਨਾ ਸੀਗਾ। ਉਹਨਾਂ ਨੇ ਨੈਸ਼ਨਲ ਜਿਹੜੀ ਪਾਲਿਸੀ ਆ ਬੀਜੇਪੀ ਦੀ, ਉਹਦੇ ਪੈੜ 'ਚ ਪੈਰ ਰੱਖਤਾ ਸੀਗਾ। ਮੈਂ ਇਹ ਸਵਾਲ ਹੁਣ ਕਿੱਥੇ ਲੈ ਕੇ ਜਾਵਾਂ ਦੋਨਾਂ ਵੱਲੋਂ, ਕਿਉਂਕਿ ਤੁਸੀਂ ਆਪ ਹੀ ਦੇਖੋ ਕਿੱਥੇ ਕੀ ਬੋਲਣਾ, ਮੈਨੂੰ ਸਮਝ ਨਹੀਂ ਆ ਰਹੀ। ਸਵਾਲ ਤਾਂ ਇਹ ਆ ਕਿ ਪੰਜਾਬ ਨੂੰ ਐਡਰੈਸ ਕਰਨ ਲਈ ਪੰਜਾਬ ਦੀ ਉਬਲਦੀ ਜਿਹੜੀ ਰੋਹ ਹੈ ਉਹਦੇ ਨਾਲ ਜੂਝਣਾ ਪੈਣਾ। ਤੁਸੀਂ ਸਰਕਾਰੀ ਮੁਲਾਜ਼ਮਾਂ ਦੇ ਉੱਤੇ ਕੱਲਾ ਸਕੰਜਾ ਕੱਸ ਕੇ ਪੰਜਾਬ ਨਹੀਂ ਬਦਲ ਸਕੋਗੇ। ਪੰਜਾਬ ਨੂੰ ਤੁਹਾਨੂੰ ਬਹੁਤ ਪੱਧਰਾਂ ਤੇ ਡਿਸਕਸ ਕਰਨਾ ਪੈਣਾ। ਬ੍ਰੇਨ ਡਰੇਨ ਤੋਂ ਲੈ ਕੇ ਜਿਹੜਾ ਇੱਥੋਂ ਪੂਰੀ ਦਾ ਪੂਰਾ ਸਰਮਾਇਆ ਜਿਹੜਾ ਵਿਦੇਸ਼ਾਂ ਨੂੰ ਜਾ ਰਿਹਾ, ਉਹ ਵੀ ਇੱਕ ਸੰਕਟ ਹੈ। ਮੈਂ ਜੇ ਕਹੋ ਤਾਂ ਡਾਕਟਰ ਜੋਤਕਾ ਸਾਹਿਬ ਇੱਥੇ ਗੱਲ ਕਰੋ ਜਰਾ। ਹਾਂ ਨਹੀਂ, ਪੰਜਾਬ ਦੇ ਇਲੈਕਸ਼ਨ ਆਪਾਂ ਸਾਰੇ ਟਰੈਕ ਕਰ ਰਹੇ ਸੀਗੇ। ਹਾਲਾਂਕਿ ਆਪਣੀ ਕੋਈ ਵੋਟਿੰਗ ਏਜੰਸੀਆਂ ਨਹੀਂ ਹੈਗੀਆਂ, ਪਰ ਟਰੈਕ ਆਪਾਂ ਸਾਰੇ ਕਰ ਰਹੇ ਸੀਗੇ। ਜਿਸ ਦਿਨ ਕੇਜਰੀਵਾਲ ਨੇ ਜਾਂ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਚੀਫ ਮਿਨਿਸਟਰ ਡਿਕਲੇਅਰ ਕੀਤਾ, ਉਸ ਦਿਨ ਆਪ ਪੰਜਾਬ ਦੇ ਵਿੱਚ ਉਹਦਾ ਇੱਕਦਮ ਗ੍ਰਾਫ ਪਿਕਅਪ ਕੀਤਾ। ਸਾਰਿਆਂ ਨੂੰ ਲੱਗਿਆ, ਬਾਕੀ ਆਪੋਜੀਸ਼ਨ ਪਾਰਟੀਆਂ ਨੂੰ ਵੀ ਲੱਗਿਆ ਕਿ ਹੁਣ ਤਾਂ ਕੰਮ ਮੁਸ਼ਕਲ ਹੋ ਗਿਆ। ਤੁਸੀਂ ਦੇਖੋ ਚਰਨਜੀਤ ਚੰਨੀ ਦੀ ਸਟੇਟਮੈਂਟਾਂ ਚੇਂਜ ਹੋ ਜਾਂਦੀਆਂ ਹੈਗੀਆਂ, ਬਾਕੀਆਂ ਨੂੰ ਵੀ ਪਿੱਛੂ ਪੈ ਜਾਂਦੇ। ਹਾਂ ਜੀ, ਉਹਨਾਂ ਦਾ ਕ੍ਰਿਟਿਸਿਜ਼ਮ ਕਰਨਾ ਸ਼ੁਰੂ ਕਰ ਦਿੰਦੇ ਬਿਨਾਂ ਗੱਲ ਦੇ। ਤੇ ਇਹ ਜਿਹੜਾ ਇਲੈਕਸ਼ਨ ਦੀ ਜਿੱਤ ਹੈਗੀ ਪੰਜਾਬ ਦੇ ਵਿੱਚ, ਪੰਜਾਬ ਦੀ ਆਪ ਦੀ ਜਿੱਤ ਹੈਗੀ, ਭਗਵੰਤ ਮਾਨ ਦੀ ਲੀਡਰਸ਼ਿਪ ਦੀ ਜਿੱਤ ਹੈਗੀ। ਜੇ ਕੇਜਰੀਵਾਲ ਅੱਗੇ ਅੜਿਆ ਰਹਿੰਦਾ ਆ ਕੇ, ਤੇ ਪੰਜਾਬ ਵਿੱਚ ਇਹਨਾਂ ਨੇ ਨਹੀਂ ਜਿੱਤਣਾ ਸੀਗਾ। ਪੰਜਾਬ ਦੇ ਵਿੱਚ ਕੇਜਰੀਵਾਲ ਦੀ ਕੋਈ ਬਹੁਤੀ ਜ਼ਿਆਦਾ ਅਟਰੈਕਸ਼ਨ ਨਹੀਂ ਹੈਗੀ। ਉਹਨਾਂ ਨੂੰ ਸੀਗਾ ਹਾਂ ਵੀ ਕੇਜਰੀਵਾਲ ਕਰਕੇ 2% ਸਾਨੂੰ ਹਿੰਦੂ ਵੋਟ ਮਿਲ ਜਾਣ, ਉਹ ਵੀ ਨਹੀਂ ਮਿਲੇ, ਕਿਉਂਕਿ ਬੀਜੇਪੀ ਨੇ ਆਪਣਾ ਪੂਰਾ ਜ਼ੋਰ ਲਗਾਇਆ। ਉਹਨਾਂ ਨੂੰ ਜਿਹੜੇ 5-6% ਵੋਟ ਮਿਲਿਆ, ਹਿੰਦੂ ਜਿਹੜਾ ਮੇਨ ਹਿੰਦੂ ਵੋਟ ਹੈਗਾ ਉਹ ਇੰਨਾ ਕੀ ਹੈਗਾ, 7% ਹੋ ਜਾਏਗਾ, 10% ਹੋ ਜਾਏਗਾ। ਬਾਕੀ ਜਿਹੜਾ ਉਹ ਹਿੰਦੂ ਕਹਿਣ ਨੂੰ ਹੈਗੇ, ਪਰ ਬਾਕੀ ਤਾਂ ਸਾਰੇ ਉਹ ਸਿੱਖੀ ਨਾਲ ਵੀ ਜੁੜੇ ਹੈਗੇ, ਬਾਕੀ ਆਪਣੀਆਂ ਜ਼ਾਤ ਬਰਾਦਰੀਆਂ ਹੈਗੀਆਂ ਉਹਨਾਂ ਦੀਆਂ, ਉਹ ਪੰਜਾਬ ਦੇ ਨਾਲ ਜੁੜੇ ਬੜੇ ਵੱਖਰੇ ਤਰੀਕੇ ਨਾਲ ਹੈਗੇ। ਇਹ ਜਿਹੜਾ ਇਲੈਕਸ਼ਨ ਪੰਜਾਬ ਜਿੱਤਿਆ, ਇਹ ਭਗਵੰਤ ਮਾਨ ਦੀ ਲੀਡਰਸ਼ਿਪ ਦੇ ਵਿੱਚ ਪੰਜਾਬ ਦੀ ਆਪ ਨੇ ਜਿੱਤਿਆ। ਨੈਚੁਰਲੀ ਉਹਨਾਂ ਦੇ ਕੋਲ ਦਿੱਲੀ ਦਾ ਕਨੈਕਸ਼ਨ ਹੈਗਾ, ਦਿੱਲੀ ਦਾ ਐਕਸਪੀਰੀਅੰਸ ਹੈਗਾ, ਦਿੱਲੀ ਦੇ ਨਾਲ ਉਹਨਾਂ ਦਾ ਰਿਲੇਸ਼ਨਸ਼ਿਪ ਰਿਹਾ, ਉਹਨਾਂ ਦੇ ਵਾਸਤੇ ਐਡਵਾਂਟੇਜ ਵੀ ਹੈਗਾ। ਕਿਧਰੇ ਨਾ ਕਿਧਰੇ ਹੋ ਸਕਦਾ ਹੈ ਪ੍ਰੋਬਲਮ ਬਣ ਜਾਏ ਫਿਊਚਰ ਵਿੱਚ ਆ ਕੇ, ਪਰ ਇਹਨੂੰ ਕਹਿਣਾ ਕਿ ਕੇਜਰੀਵਾਲ ਦੀ ਜਿੱਤ ਹੈਗੀ, ਮੈਨੂੰ ਲੱਗਦਾ ਮਿਸਟੇਕ ਹੋਏਗੀ। ਤੇ ਉਹਨਾਂ ਨੂੰ ਵੀ ਇਹ ਸਮਝਣਾ ਚਾਹੀਦਾ ਕਿ ਕੇਜਰੀਵਾਲ ਦੀ ਜਿੱਤ ਨਹੀਂ ਹੈਗੀ, ਇਹ ਪੰਜਾਬ ਦੀ ਆਪ ਦੀ ਜਿੱਤ ਹੈਗੀ। ਪੰਜਾਬ ਦੇ ਲੋਕਾਂ ਦੀ, ਜਿਵੇਂ ਕਿਹਾ ਸੀਗਾ ਤੁਸੀਂ, ਉਬਲੇ ਪੈ ਸੀਗੇ, ਉਹਨਾਂ ਨੂੰ ਕੋਈ ਰਸਤਾ ਚਾਹੀਦਾ ਸੀਗਾ, ਤੇ ਹੱਟ ਟਾ ਕੇ ਜਾਣ ਤੇ ਜਾਣ ਕਿੱਥੇ। ਉਹਨਾਂ ਨੂੰ ਇੱਕ ਥਰਡ ਆਲਟਰਨੇਟਿਵ ਮਿਲਿਆ। ਵਿਦਆਊਟ ਐਕਸਪੀਰੀਅੰਸ ਉਹਨਾਂ ਨੇ ਬਿਲਕੁਲ ਧੱਕਤਾ ਉਸ। ਹਾਲਾਂਕਿ ਐਕਸਪੀਰੀਅੰਸ ਵਾਲੇ ਲੋਕੀ ਕਹਿ ਵੀ ਰਹੇ ਸੀ ਨਹੀਂ ਜੀ ਅਸੀਂ ਰਹੇ ਹਾਂ ਉੱਥੇ, ਉਤੋਂ ਦਾ ਸਿਸਟਮ ਇੰਨਾ ਚੰਗਾ ਨਹੀਂ ਹੈਗਾ ਜਿਵੇਂ ਤੁਸੀਂ ਐਕਸਪੈਕਟ ਕਰ ਰਹੇ ਹੋ। ਬੜੇ ਸਾਰੇ ਲੋਕ ਹੈਗੇ ਉਹਨਾਂ ਦੇ, ਕਾਫੀ ਸੀਨੀਅਰ ਲੋਕਾਂ ਨੇ ਵੀ ਕਿਹਾ, ਪਰ ਫਿਰ ਵੀ ਲੋਕਾਂ ਨੇ ਕਿਹਾ ਨਹੀਂ ਜੀ ਅਸੀਂ ਤਾਂ ਦੇਖਦੇ ਹਾਂ, ਇਹਨਾਂ ਨੂੰ ਹੀ ਦੇਖਦੇ ਹਾਂ, ਇਹ ਪੁਰਾਣਿਆਂ ਕੋਲ ਤਾਂ ਨਹੀਂ ਜਾਂਦੇ ਅਸੀਂ। ਜੀ ਜੀ ਅਮਨਦੀਪ ਜੀ, ਮੈਂ ਸਰ ਨਾਲ ਇੱਕ ਪੁਆਇੰਟ ਤੇ ਡਿਫਰ ਕਰਦਾ। ਮੈਨੂੰ ਲੱਗਦਾ ਸਰ ਤੁਸੀਂ ਬੋਲ ਰਹੇ ਨਹੀਂ ਠੀਕ ਹੈ, ਤੁਸੀਂ ਗੱਲ ਕਰੋ ਅਮਨਦੀਪ। ਮੈਨੂੰ ਲੱਗਦਾ ਇਹ ਪ੍ਰੋ ਆਪ ਵੋਟ ਹੈ ਹੀ ਨਹੀਂ। ਪਹਿਲਾਂ ਤਾਂ ਮੇਰਾ ਇੱਕ ਦੋਸਤ ਹੈ ਕਿਸਾਨੀ ਅੰਦੋਲਨ ਵਿੱਚ ਫੋਟੋਗ੍ਰਾਫਰ ਰਿਹਾ, ਸਾਰਾ ਕੁਝ ਬਹੁਤ ਕੁਝ ਸਾਂਭਿਆ ਉਹਨੇ। ਉਹ ਕਹਿੰਦਾ ਕਿ ਇਹ ਵੋਟ ਬਦਲਾਅ ਦਾ ਵੋਟ ਨਹੀਂ ਹੈਗਾ, ਇਹ ਬਦਲੇ ਦਾ ਵੋਟ ਹੈ। ਜਿੰਨੇ ਵੱਡੇ ਵੱਡੇ ਬਾਦਲ ਸੀਗੇ, ਪਿਓ ਪੁੱਤ, ਮਜੀਠੀਆ ਸੀਗਾ, ਸਿੱਧੂ ਸੀਗਾ, ਅਮਰਿੰਦਰ ਸਿੰਘ ਸੀਗਾ ਕੈਪਟਨ, ਭਾਵੇਂ ਰਾਜੇਵਾਲ ਹੀ ਸੀਗਾ, ਸਾਰਿਆਂ ਨੂੰ ਚੱਕ ਕੇ ਪਰਾਂ ਸੁੱਟਿਆ ਲੋਕਾਂ ਨੇ। ਪੰਜਾਬ ਜਿਹੜਾ ਮੈਨੂੰ ਲੱਗ ਰਿਹਾ ਜਦੋਂ ਰਿਜ਼ਲਟਸ ਆ ਰਹੇ ਸੀ, ਮੈਨੂੰ ਇਹ ਲੱਗ ਰਿਹਾ ਸੀ ਕਿ ਪੰਜਾਬ ਆਪਣੀ ਪੋਲੀਟੀਕਲ ਆਪਸ਼ਨਸ ਦੇ ਐਜ ਨੂੰ ਛੂ ਰਿਹਾ ਇਸ ਵੇਲੇ। ਇਸ ਕੋਲ ਕੋਈ ਹੋਰ ਹਿੱਲਾ ਹੈ ਨਹੀਂਗਾ। ਜਿਨ੍ਹਾਂ ਨੇ ਇਹਨੂੰ ਧੋਖਾ ਦਿੱਤਾ ਹੁਣ ਤੇ 70 ਸਾਲਾਂ ਤੋਂ, ਉਹਨਾਂ ਨੂੰ ਪੂਰੀ ਤਰ੍ਹਾਂ ਰਿਜੈਕਟ ਕਰ ਰਿਹਾ। ਹਾਲਾਂਕਿ ਉਹੋ ਜਿਹਾ ਚੁਣ ਰਿਹਾ
ਜਿਸ ਤੇ ਇਹਨੂੰ ਸ਼ੁਰੂ ਤੋਂ ਹੀ ਡਾਊਟ ਰਿਹਾ ਹੈਗਾ। 2014 ਵਿੱਚ ਵੀ ਪੰਜਾਬ ਨੇ ਦਿਲ ਦਿੱਤਾ ਸੀ ਆਪ ਨੂੰ, ਹੁਣ ਦੁਬਾਰਾ ਦਿਲ ਦਿੱਤਾ ਹੈ। ਪਰ ਤੁਸੀਂ ਕਿਸਾਨੀ ਅੰਦੋਲਨ ਦੀ ਗੱਲ ਛੇੜੀ, ਅੱਜ ਸਵੇਰੇ ਸਰ ਦਾ ਆਰਟੀਕਲ ਸੀਗਾ, ਜੁੜਕਾ ਸਰ ਦਾ ਹੀ, ਉਹ ਕਹਿ ਰਹੇ ਸੀ ਕਿ ਕਿਸਾਨੀ ਅੰਦੋਲਨ ਨੇ ਕਾਸਟ ਡਾਇਨਾਮਿਕਸ ਨੂੰ ਚੇਂਜ ਕੀਤਾ ਹੈਗਾ। ਜਿਹੜੀ ਕਾਂਗਰਸ ਬੈਂਕ ਕਰ ਰਹੀ ਸੀ ਕਿ ਅਸੀਂ ਦਲਿਤ ਚੀਫ ਮਿਨਿਸਟਰ ਬਣਾਤਾ ਤੇ ਉਹਦੇ ਕਰਕੇ ਦਲਿਤ ਵੋਟ ਆ ਜੂਗੀ, ਉਹ ਨਹੀਂ ਚੱਲੀ ਗੇਮ ਉਹਨਾਂ ਦੀ। ਜਿਹੜੀ ਅਸਲੀ, ਤੇ ਮੈਨੂੰ ਜਿਹੜਾ ਮੈਂ ਸਰ ਨੂੰ ਉਦੋਂ ਜਵਾਬ ਹੀ ਦਿੱਤਾ, ਮੈਨੂੰ ਲੱਗਿਆ ਕਿ ਕਿਸਾਨੀ ਅੰਦੋਲਨ ਨੇ ਪੰਜਾਬ ਦੇ ਲੋਕਾਂ ਦੀ ਪੋਲੀਟੀਕਲ ਕੌਨਸ਼ੀਅਸ ਨੂੰ ਡੀਪਨ ਕੀਤਾ, ਉਹਨਾਂ ਦੇ ਮਨੋਂ ਡਰ ਹਟਾਤਾ ਕਿ ਅਸੀਂ ਆਹ ਵੱਡੇ ਨੇ, ਇਹਨਾਂ ਨੂੰ ਵੋਟ ਪਾਉਣੀ ਹੈ, ਇਹਨਾਂ ਨੇ ਪੈਸੇ ਦਿੱਤੇ, ਇਹਨਾਂ ਨੂੰ ਵੋਟ ਪਾਉਣੀ ਹੈ। ਹੁਣ ਮੇਰੇ ਦੋਸਤ ਦੱਸ ਰਹੇ ਨੇ, ਲੋਕੀ ਗੁਰਦੁਆਰੇ ਜਾ ਕੇ ਮਾਫੀਆ ਮੰਗ ਰਹੇ ਨੇ ਕਿ ਅਸੀਂ ਪੈਸੇ ਤਾਂ ਲੈ ਲਏ ਪਰ ਅਸੀਂ ਵੋਟ ਨਹੀਂ ਪਾਈ, ਹੈ ਨਾ, ਕਿਉਂਕਿ ਸਾਰਿਆਂ ਨੇ ਪੈਸੇ ਖਵਾਏ, ਬਹੁਤ ਪੈਸਾ ਖਵਾਇਆ ਗਿਆ ਲੋਕਾਂ ਨੂੰ, ਪਰ ਉਹਨਾਂ ਨੇ ਠਾਣ ਲਿਆ ਸੀਗਾ ਕਿ ਇਹਨੂੰ ਚੱਕ ਕੇ ਪਰਾਂ ਮਾਰੋ, ਸਾਰੇ ਸਿਸਟਮ ਨੂੰ ਪਰਾਂ ਮਾਰੋ, ਖੇਤ ਪੂਰਾ ਸਾਫ਼ ਕਰ ਦੋ। ਹੁਣ ਦੇਖੋ ਕਿਹੜੀ ਫਸਲ ਬੋਂਦੀ ਆ ਕੇ ਇੱਥੇ ਆਪ। ਹਾਂ, ਇਹ ਬੜੀ ਖੂਬਸੂਰਤ ਗੱਲ ਕੀਤੀ ਹੈ। ਪਰ ਜੇ ਇਹਨਾਂ ਰਾਹਾਂ ਤੋਂ ਜਿਹੜੇ ਲੋਕ ਚੁਣ ਕੇ ਆ ਗਏ ਆ, ਜੇ ਉਹਨਾਂ ਨੇ ਨਵੇਂ ਰਾਹਾਂ ਤੇ ਤੁਰਨਾ ਹੋਵੇ ਤਾਂ ਰਾਹ ਕਿਹੜੇ ਨੇ, ਬਦਲ ਕਿਹੜੇ ਨੇ, ਰਸਤੇ ਜਿਹੜੇ ਸਾਡੇ ਕੋਲ ਪ੍ਰਾਵਧਾਨ ਹੋਣਗੇ ਉਹ ਕਿਹੜੇ ਨੇ, ਹੁਣ ਕਰਨ ਕੀ? ਮੈਨੂੰ ਲੱਗਦਾ ਇਸ ਤੋਂ ਵੱਡਾ ਕੋਈ ਸੰਕਟ ਨਹੀਂ ਜੇ ਭਗਵੰਤ ਮਾਨ ਦੀ ਪਹਿਲੀ ਸਟੇਟਮੈਂਟ ਇਹ ਆਉਂਦੀ ਆ ਕਿ ਅਸੀਂ ਬੇਰੁਜ਼ਗਾਰੀ ਦੂਰ ਕਰਾਂਗੇ। ਪੰਜਾਬ ਦੇ ਵਿੱਚ ਨਾ ਸਰਕਾਰੀ ਨੌਕਰੀਆਂ ਲਈ ਪੈਸੇ ਨੇ ਤਨਖਾਹਾਂ ਦੇਣ ਲਈ, ਤੇ ਨਾ ਹੀ ਇੰਡਸਟਰੀ ਆ, ਨਾ ਹੀ ਕਾਰਪੋਰੇਟ ਸੈਕਟਰ ਦੇ ਲਈ ਅਸੀਂ ਕੋਈ ਰੈੱਡ ਕਾਰਪੇਟ ਵਿਛਾਇਆ ਕਿ ਉਹ ਆ ਜਾਣਗੇ, ਉਹਨਾਂ ਲਈ ਤਾਂ ਅਸੀਂ ਡਾਂਗ ਫੜ ਕੇ ਖਲੋਤੇ ਆਉਣ ਨਹੀਂ ਦੇਣੇ। ਫਿਰ ਭਗਵੰਤ ਮਾਨ ਦੀ ਪਹਿਲੀ ਸਟੇਟਮੈਂਟ ਹੀ ਮੈਨੂੰ ਲੱਗਦਾ ਕਿ ਬਹੁਤੀ ਸੋਚੀ ਸਮਝੀ ਨਹੀਂ। ਇਹ ਤਾਂ ਐ ਹੀ ਆ ਨਾ ਜਿਵੇਂ ਤੁਸੀਂ ਗਲਤ ਬਾਲ ਨੂੰ ਖੇਡ ਕੇ ਬਾਉਂਡਰੀ ਦੇ ਉਰੇ ਆਊਟ ਹੋ ਜਾਓ। ਗੱਲ ਤਾਂ ਮਾਫੀਆ ਜਾਂ ਹੋਰ ਦੇ ਉੱਤੇ ਕਰਦੇ ਸੌਖਾ ਸੀਗਾ, ਡਾਂਗ ਫੜ ਕੇ ਖਲੋਂਦੇ, ਲੇਕਿਨ ਜਿਹੜੀ ਬੇਰੁਜ਼ਗਾਰੀ ਦੂਰ ਕਰਨੀ ਆ, ਇਹ ਇੱਕ ਆਪੇ ਸੇੜਿਆ ਪੰਗਾ ਨਹੀਂ ਲੈ ਲਿਆ ਭਗਵੰਤ ਮਾਨ ਨੇ। ਜੀ ਸੰਧੂ ਸਾਹਿਬ। ਸਰ ਬੋਲਣ ਪਹਿਲਾਂ ਸਰ ਜੀ। ਜੁੜਕਾ ਸਰ। ਨਹੀਂ, ਨੀਅਤ ਚੰਗੀ ਹੋਏ, ਦੋਨੋਂ ਗੱਲਾਂ ਹੈਗੀ ਜੀ। ਚੈਲੰਜ ਤਾਂ ਹੈਗਾ ਹੀ ਹੈਗਾ, ਇਹਦੇ ਤੇ ਕੋਈ ਸ਼ੱਕ ਦੀ ਗੱਲ ਨਹੀਂ। ਕੰਮ ਤੇ ਔਖੇ ਹੈਗੇ, ਪਰ ਕੰਮ ਔਖੇ ਜਿਹੜੇ ਹੈਗੇ ਉਹ ਹੋ ਜਾਂਦੇ ਹੈਗੇ, ਔਖੇ ਕੰਮ ਹੀ ਹੁੰਦੇ ਆ ਨਾ, ਤਾਂ ਹੀ ਤਾਂ ਇਸ਼ੂ ਬਣਦਾ ਹੈਗਾ, ਨਹੀਂ ਤਾਂ ਇਸ਼ੂ ਕਾਹਨੂੰ ਬਣਨਾ ਸੀਗਾ, ਕੋਈ ਵੀ ਕਰ ਲੈਂਦਾ। ਹੁਣ ਹੈਗਾ ਜੀ, ਇਹਨਾਂ ਦੀ ਨੀਅਤ ਚੰਗੀ ਹੈਗੀ, ਇਹਨਾਂ ਦੇ ਵਿੱਚ ਵਿਲ ਪਾਵਰ ਹੈਗੀ, ਇੱਕ ਕਹਿਣ ਕਿ ਹਾਂ ਜੀ ਅਸੀਂ ਪੰਜਾਬ ਦੀਆਂ ਪ੍ਰੋਬਲਮਸ ਨੂੰ ਪਹਿਲੇ ਰਿਕਗਨਾਈਜ਼ ਤਾਂ ਕਰੋ। ਸਿਰਫ ਇਹ ਆਟੇ ਦਾਲ ਦੇ ਨਾਲ ਥੋੜੀ ਪ੍ਰੋਬਲਮ ਸੋਲਵ ਹੋ ਜਾਣੀ ਹੈਗੀਆਂ। ਤੁਸੀਂ ਠੀਕ ਹੈ ਜੀ, ਚਿੱਟਾ ਵੀ ਪ੍ਰੋਬਲਮ ਹੈਗੀ, ਪਰ ਉਹ ਵੀ ਐਕਚੁਅਲ ਪ੍ਰੋਬਲਮ ਉਹ ਵੀ ਨਹੀਂ ਹੈਗੀ। ਐਕਚੁਅਲ ਪ੍ਰੋਬਲਮਸ ਨੂੰ ਬੈਠ ਕੇ ਆਈਡੈਂਟੀਫਾਈ ਕਰੋ। ਇੱਕ ਵਾਰੀ ਆਈਡੈਂਟੀਫਾਈ ਕਰੋਗੇ ਫਿਰ ਦੁਨੀਆ ਮਿਲ ਜਾਂਦੀ ਹੈ, ਐਕਸਪਰਟ ਬੜੇ ਹੈਗੇ। ਪਰ ਜੋੜਕਾ ਸਾਹਿਬ ਪ੍ਰੋਫੈਸ਼ਨਲ ਦੇ ਨਾਲ ਗੱਲ ਕਰੋਗੇ। ਨਹੀਂ ਪ੍ਰੋਫੈਸਰ ਸਾਹਿਬ, ਮੈਨੂੰ ਜੇ ਮੈਂ ਤੁਹਾਡੇ ਤੋਂ, ਕਿਉਂਕਿ ਮੈਨੂੰ ਇੰਝ ਲੱਗਦਾ ਕਿ ਜਿਹੜੀਆਂ ਚੀਜ਼ਾਂ ਐਡਰੈਸ ਕਰਨੀਆਂ ਸੀ ਉਹ ਆਪਣੀਆਂ ਗਰੰਟੀਆਂ 'ਚ ਕਰ ਚੁੱਕੇ, ਗਰੰਟੀਆਂ ਵਾਰੰਟੀਆਂ 'ਚ ਕਰ ਚੁੱਕੇ ਆ। ਪਰ ਜੇ ਪੰਜਾਬ ਦੀਆਂ ਬੁਨਿਆਦੀ ਸਮੱਸਿਆਵਾਂ ਨੂੰ ਤੁਸੀਂ ਟਰੇਸ ਕਰਨਾ ਹੋਵੇ, ਜੇਕਰ ਟੱਚ ਕਰਨਾ ਹੋਵੇ, ਤਾਂ ਤੁਹਾਨੂੰ ਕੀ ਲੱਗਦਾ ਤੁਹਾਡੇ ਨਜ਼ਰੀਏ ਤੋਂ ਜਿੱਥੇ ਤੇ ਧਿਆਨ ਨਹੀਂ ਗਏ, ਉਹ ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਸਭ ਤੋਂ ਪਹਿਲਾਂ ਧਿਆਨ ਮੰਗਦੀਆਂ? ਨਹੀਂ ਜੀ, ਪੰਜਾਬ ਤੇ ਪਿਛਲੇ 30-40 ਸਾਲਾਂ ਤੋਂ ਜਦੋਂ ਤੋਂ ਅਕਾਲੀਆਂ ਨੇ ਪੋਪੂਲਿਜ਼ਮ ਸ਼ੁਰੂ ਕੀਤਾ ਸੀਗਾ ਕਿ ਫ੍ਰੀ ਇਲੈਕਟ੍ਰਿਸਿਟੀ ਦੇ ਦਿਓ, ਉਸ ਨਾਲ ਕੰਮ ਬਣ, ਇਹਨਾਂ ਨੇ ਪ੍ਰੋਬਲਮਸ ਆਈਡੈਂਟੀਫਾਈ ਕਰਨ ਦੀ ਬਜਾਏ ਸਿਰਫ ਆਪਣੇ ਆਪ ਨੂੰ ਰਾਜ ਬਚਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਉਹ ਪ੍ਰੋਸੈਸ ਚੱਲਦਾ ਰਿਹਾ ਪਿਛਲੇ 5 ਸਾਲ। ਅਮਰਿੰਦਰ ਸਿੰਘ ਨੇ ਵੀ ਉਹੀ ਕੀਤਾ, ਠੀਕ ਹੈ ਜੀ ਇਧਰੋਂ ਕਰ ਲਓ, ਪੈਸੇ ਕਮਾ ਲਓ। ਸਾਰੇ ਦੇ ਸਾਰੇ ਜਿਹੜੇ ਪੋਲੀਟੀਸ਼ੀਅਨ ਸੀਗੇ ਉਹ ਠੇਕੇਦਾਰੀਆਂ 'ਚ ਪੈ ਗਏ ਸੀਗੇ, ਤੁਹਾਨੂੰ ਵੀ ਪਤਾ ਹੈਗਾ, ਆਹੀ ਸਭ ਤੋਂ ਵੱਡੀ ਪ੍ਰੋਬਲਮ ਸੀਗੀ। ਤੇ ਪੰਜਾਬ ਦੇ ਜਿਹੜੇ ਰੀਅਲ ਇਸ਼ੂ ਤੇ ਸੋਸ਼ਲ ਫਰੰਟ ਤੇ, ਕਲਚਰਲ ਫਰੰਟ ਤੇ ਪੋਲੀਟੀਕਲ ਫਰੰਟ ਤੇ ਵੀ ਉਹ ਕਿਸੇ ਨੇ ਕਨਫਰੰਟ ਹੀ ਨਹੀਂ ਕੀਤੇ, ਆਈਡੈਂਟੀਫਾਈ ਨਹੀਂ ਕੀਤੇ। ਹੁਣ ਇਸ ਇਲੈਕਸ਼ਨ ਦੇ ਵਿੱਚ ਪਹਿਲੀ ਵਾਰੀ ਬੜੇ ਦਿਨਾਂ ਤੋਂ ਬਾਅਦ ਗੱਲਾਂ ਹੋਈਆਂ, ਸਿੱਧੂ ਸਾਹਿਬ ਨੇ ਆਪਣਾ ਮਾਡਲ ਦਿੱਤਾ, ਫਿਰ ਉਹ ਡਿਵੈਲਪਮੈਂਟ ਦੇ ਇਸ਼ੂਜ਼ ਤੇ ਸਾਰੀ ਦੁਨੀਆ ਗੱਲਾਂ ਕਰ ਰਹੀ ਹੈ ਇਸ ਟਾਈਮ। ਇਹਨਾਂ ਚੀਜ਼ਾਂ ਨੂੰ ਬੜੇ ਸਿਸਟਮੈਟਿਕ ਤਰੀਕੇ ਨਾਲ ਸਟੱਡੀ ਕੀਤਾ ਜਾਂਦਾ ਹੈਗਾ। ਅਨਐਮਪਲੋਇਮੈਂਟ ਦੀ ਪ੍ਰੋਬਲਮ ਕਿਉਂ ਹੈਗੀ, ਅਨਐਮਪਲੋਇਮੈਂਟ ਕਿੱਦਾਂ ਦੀ ਪ੍ਰੋਬਲਮ ਹੈਗੀ, ਐਜੂਕੇਸ਼ਨ ਦੀ ਪ੍ਰੋਬਲਮ ਤੁਹਾਡੀ ਕਿੱਦਾਂ ਦੀ ਹੈਗੀ, ਇੱਥੇ ਇਨਵੈਸਟਮੈਂਟ ਕਿਉਂ ਨਹੀਂ ਹੋ ਸਕਦੀਆਂ। ਪੰਜਾਬ ਅੱਜ ਤੋਂ 40 ਸਾਲ ਪਹਿਲੇ ਵਨ ਆਫ ਦਾ ਲੀਡਿੰਗ ਇੰਡਸਟਰੀਅਲ ਸਟੇਟ ਹੁੰਦਾ ਸੀਗਾ ਇੰਡੀਆ ਦਾ। 80 ਦੇ ਦਹਾਕੇ ਤੋਂ ਬਾਅਦ ਫਿਰ ਕਿਸੇ ਨੇ ਇਹਦੀ ਪ੍ਰਵਾਹ ਨਹੀਂ ਕੀਤੀ। ਉਸ ਤੋਂ ਬਾਅਦ ਇੱਕ ਬਿਊਰੋਕ੍ਰੇਸੀ ਵੀ ਆਪਣਾ ਲੁੱਟਣ ਵਿੱਚ ਚਲੀ ਗਈ, ਪੋਲੀਟੀਸ਼ੀਅਨ ਆ ਕੇ ਉਹਨਾਂ ਨੇ ਵੀ ਲੁੱਟਣਾ ਸ਼ੁਰੂ ਕਰਤਾ। ਫਿਰ ਆਲੇ ਦੁਆਲੇ ਜਿਹਨੂੰ ਵੀ ਮੌਕਾ ਮਿਲਦਾ ਸੀਗਾ ਜੀ ਤੁਸੀਂ ਆਪਣੇ ਪੈਸੇ ਬਣਾ ਲਓ। ਇੱਥੇ ਜ਼ਮੀਨਦਾਰ ਤਾਂ ਵੱਡੇ ਬਣ ਗਏ, ਬੜੇ ਵੱਖਰੇ ਵੱਖਰੇ ਤਰ੍ਹਾਂ ਦੇ ਜ਼ਮੀਨਦਾਰ, ਪਰ ਆਮ ਲੋਕੀ ਜਿਹੜੀ ਸੀਗੇ ਉਹਨਾਂ ਦਾ ਕੋਈ ਵਿਜ਼ਨ ਹੀ ਨਹੀਂ ਰਿਹਾ, ਕੋਈ ਡਾਇਰੈਕਸ਼ਨ ਹੀ ਨਹੀਂ ਰਹੀ। ਇਹ ਚੀਜ਼ਾਂ ਜੇ ਗਵਰਨੈਂਸ ਦੇ ਇਸ਼ੂਜ਼ ਵੀ ਲੈ ਕੇ ਆਓਗੇ ਸ਼ੁਰੂ ਤੋਂ, ਉਸ ਤੋਂ ਬਾਅਦ ਫਿਰ ਪਾਲਿਸੀ ਦੇ ਇਸ਼ੂਜ਼ ਲੈ ਕੇ ਆਓਗੇ, ਉਸ ਹਿਸਾਬ ਨਾਲ ਤੁਸੀਂ ਲੈਜਿਸਲੇਸ਼ਨਸ ਬਣਾਓ ਤੇ ਸੈਂਟਰ ਨਾਲ ਨੈਗੋਸ਼ੀਏਟ ਕਰੋ। ਆਹ ਦੇਖੋ ਜੀ, ਸਟੇਟ ਤੁਹਾਡਾ ਵੀ ਤਾਂ ਹੈਗਾ, ਤੁਸੀਂ ਤਾਂ ਕਹਿੰਦੇ ਪੰਜਾਬ ਇੰਡੀਆ ਦਾ ਪਾਰਟ ਹੈਗਾ। ਆਹ ਕਿਹੜਾ ਸਾਡਾ ਇੰਨਾ ਜਿਹੜਾ
ਖਰਬਾਂ ਅਰਬਾਂ ਦਾ ਜਿਹੜਾ ਲੋਨ ਹੈਗਾ ਉਹਨੂੰ ਪਾਸੇ ਕਰੋ, ਕਿਸੇ ਪਾਸੇ ਨੈਗੋਸ਼ੀਏਟ ਕਰਕੇ ਉਹਨੂੰ ਖਤਮ ਕਰੋ ਤਾਂ ਕਿ ਅਸੀਂ ਆਪਣੇ ਸਟੇਟ ਦੀ ਡਿਵੈਲਪਮੈਂਟ ਕਰ ਸਕੀਏ। ਅਜੇ ਤੱਕ ਕਿਸੇ ਨੇ ਉਹ ਡਿਸਕਸ ਤੱਕ ਨਹੀਂ ਕੀਤਾ। ਹਾਲਾਂਕਿ ਮਨਮੋਹਨ ਸਿੰਘ ਸੀਗਾ ਪ੍ਰਾਈਮ ਮਿਨਿਸਟਰ, ਤੁਹਾਡਾ ਆਪਣਾ ਬਣਾ ਸੀਗਾ, ਉਦੋਂ ਵੀ ਤੁਸੀਂ ਨੈਗੋਸ਼ੀਏਟ ਨਹੀਂ ਕੀਤਾ। ਉਹ ਆਪਣੀ ਪੋਲਿਟਿਕਸ ਵਿੱਚ ਪੈ ਰਹਿੰਦੇ ਸੀਗੇ, ਹਾਂ ਵੀ ਅਕਾਲੀ ਤੇ ਕਾਂਗਰਸ ਨੂੰ ਕਿਧਰੇ ਹੱਥ ਉੱਪਰ ਨਾ ਮਿਲ ਜੇ। ਉਦੋਂ ਮੌਕਾ ਸੀਗਾ ਇਹਨਾਂ ਦੇ ਕੋਲ, ਬੜਾ ਕੁਝ ਨੈਗੋਸ਼ੀਏਟ ਕਰਨਾ ਚਾਹੁੰਦੇ ਸੀਗੇ। ਮਨਮੋਹਨ ਸਿੰਘ ਤਿਆਰ ਸੀਗਾ ਪੰਜਾਬ ਯੂਨੀਵਰਸਿਟੀ ਨੂੰ ਸੈਂਟਰਲ ਯੂਨੀਵਰਸਿਟੀ ਬਣਾਉਣ ਨੂੰ, ਇਹਨਾਂ ਨੇ ਬਣਨ ਨਹੀਂ ਦਿੱਤੀ ਕਿਉਂਕਿ ਹਾਂਜੀ ਉਹ ਤਾਂ ਕ੍ਰੈਡਿਟ ਕਾਂਗਰਸ ਨੂੰ ਮਿਲ ਜਾਏਗਾ। ਮਤਲਬ ਇਹਨਾਂ ਦੇ ਇੰਨੇ ਜ਼ਿਆਦਾ ਸੈਲਫ ਸਰਵਿੰਗ ਹੋ ਗਏ ਸੀ ਪੋਲੀਟੀਸ਼ੀਅਨ। ਹੁਣ ਤੁਸੀਂ ਉਹਨਾਂ ਨੂੰ ਪਾਸੇ ਰੱਖ ਕੇ ਪੰਜਾਬ ਦੇ ਜਿਹੜੇ ਰੀਅਲ ਇਸ਼ੂਜ਼ ਹੈਗੇ ਉਹਨੂੰ ਲੈ ਕੇ ਸੈਂਟਰਲ ਗਵਰਨਮੈਂਟ ਨਾਲ ਕਰੋ। ਅੱਜ ਕੱਲ ਤੁਸੀਂ ਦੁਨੀਆ ਦੇ ਵਿੱਚ ਰਹਿੰਦੇ ਹੋ, ਤੁਹਾਡਾ ਡਾਇਸਪੋਰਾ ਨੇ ਦਿਖਾਇਆ ਕਿੰਨਾ ਉਹਨਾਂ ਦਾ ਪੰਜਾਬ ਦੇ ਨਾਲ ਕਨੈਕਟ ਹੈਗਾ। ਜਦੋਂ ਫਾਰਮਰਸ ਮੂਵਮੈਂਟ ਦੇ ਵਿੱਚ ਉਹਨਾਂ ਨੂੰ ਕਹੋ ਜੀ ਤੁਸੀਂ ਆਪਣੀ ਐਸੋਸੀਏਸ਼ਨ ਬਣਾ ਕੇ ਇੱਥੇ ਇਨਵੈਸਟਮੈਂਟ ਕਰੋ, ਅਸੀਂ ਤੁਹਾਨੂੰ ਫੈਸਿਲਿਟੇਟ ਕਰਦੇ ਹਾਂ। ਜਿਹਨਾਂ ਨੇ ਬਾਹਰ ਦਾ ਸਾਡਾ ਡਾਇਸਪੋਰਾ ਬੈਠਿਆ ਕਿ ਹੋਟਲ ਉੱਤੇ ਬੰਗਲੌਰ ਬਣਾਉਣਗੇ, ਪੰਜਾਬ ਨਹੀਂ ਬਣਾਉਣਗੇ। ਉਹ ਤੁਹਾਡੇ ਪ੍ਰੋਗਰਾਮ ਦੇ ਕਹਿ ਰਹੇ ਸੀ ਜੀ ਪੰਜਾਬ ਦਾ ਹਿਸਾਬ ਕਿਤਾਬ ਵੱਖਰਾ, ਉੱਤੇ ਸਾਡੇ ਵਾਸਤਾ ਕੰਮ ਨਹੀਂ ਹੈਗਾ। ਤੁਹਾਡੇ ਡਾਇਸਪੋਰਿਕ ਜਿਹੜੀ ਵੈਲਥ ਹੈਗੀ, ਤੁਹਾਡੇ ਆਪਣੇ ਨੈਟਵਰਕਸ ਹੈਗੇ, ਬਾਕੀ ਗਲੋਬਲ ਏਜੰਸੀਆਂ ਤੁਹਾਨੂੰ ਹੈਲਪ ਕਰਨ ਨੂੰ ਤਿਆਰ ਹੈਗੀਆਂ। ਤੇ ਪੰਜਾਬ ਦੇ ਲੋਕਾਂ ਦੇ ਵਿੱਚ ਸਪਿਰਿਟ ਹੈਗੀ ਯਾਰ। ਉਹਨਾਂ ਨੇ ਦਿਖਾਇਆ ਕਿਸਾਨੀ ਅੰਦੋਲਨ ਵਿੱਚ, ਜੇ ਸ਼ਹੀਦ ਹੋਣ ਨੂੰ ਤਿਆਰ ਹੈਗਾ ਤਾਂ ਆਪਣੇ ਫੈਕਟਰੀਆਂ 'ਚ ਕੰਮ ਕਰਨ ਨੂੰ ਤਿਆਰ ਨਹੀਂ ਹੋਣਗੇ। ਬਹੁਤ ਕੁਝ ਕਰ ਸਕਦੇ ਆ ਇੱਥੇ ਪੰਜਾਬ ਨੂੰ ਤੁਸੀਂ, ਮਤਲਬ ਉਹ ਕਿਸੇ ਵੀ ਯੂਰਪ ਦੇ ਲੈਵਲ ਤੇ ਲਿਜਾ ਸਕਦੇ ਹੋ। ਸਾਡਾ ਕੋਲ ਸਾਰੇ ਤਰ੍ਹਾਂ ਦੇ ਰਿਸੋਰਸਿਸ ਹੈਗੇ, ਐਜੂਕੇਸ਼ਨ ਵੀ ਹੈਗੀ, ਵਿਜ਼ਨ ਵੀ ਹੈਗਾ, ਹਿਊਮਨ ਕੈਪੀਟਲ ਵੀ ਹੈਗੀ, ਲੋਕਾਂ ਦੇ ਵਿੱਚ ਜਜ਼ਬਾ ਵੀ ਹੈਗਾ ਕੰਮ ਕਰਨ ਦਾ। ਸਾਡਾ ਵੈਲਿਊ ਸਿਸਟਮ ਵੀ ਕੋਈ ਉਹ ਕਾਸਟ ਸਿਸਟਮ ਵਾਲਾ ਨਹੀਂ ਹੈਗਾ। ਸਰਬੱਤ ਦੇ ਭਲੇ ਦੀ ਗੱਲ ਕਰਕੇ ਅਸੀਂ ਇਕੁਆਲਿਟੀ ਦਾ ਕਲਚਰ ਵੀ, ਇਨਕਲੂਸਿਵ ਕਲਚਰ ਵੀ ਅੰਦਰੋਂ ਬਣਾ ਸਕਦੇ ਹਾਂ। ਜਿੱਥੇ ਵੀ ਇਨਕਲੂਸਿਵ ਕਲਚਰ ਹੁੰਦਾ ਉੱਥੇ ਡਿਵੈਲਪਮੈਂਟ ਚੰਗੀ ਹੁੰਦੀ ਹੈ। ਤਾਮਿਲਨਾਡੂ ਦੇਖ ਲਓ ਤੁਸੀਂ, ਕੇਰਲਾ ਦੇਖ ਲਓ, ਉਹੀ ਸਟੇਟ ਹੈ ਜਿਹੜੀ ਲੀਡਿੰਗ ਹੈਗੇ। ਗੁਜਰਾਤ ਵਰਗਾ ਜਿਹੜਾ ਮਾਡਲ ਹੈਗਾ ਉੱਥੇ ਫੈਕਟਰੀਆਂ ਲੱਗ ਜਾਂਦੀਆਂ ਲੇਕਿਨ ਗਰੀਬੀ ਨਹੀਂ ਘਟਦੀ। ਸਾਡੇ ਕੋਲ ਸਾਰਾ ਕੁਝ ਹੈਗੇ, ਪਰ ਉਹ ਸਾਰੇ ਆਪਣੇ ਜਿਹੜੇ ਕਲਚਰਲ ਰਿਸੋਰਸਿਸ ਨੂੰ ਲੈ ਕੇ ਤੁਸੀਂ ਪ੍ਰੋਫੈਸ਼ਨਲਸ ਨੂੰ ਲਿਆ ਕੇ ਪੋਲੀਟੀਕਲ ਵਿਲ ਲਗਾ ਕੇ ਹਾਂਜੀ ਠੀਕ ਹੈ ਅਸੀਂ ਕੋਈ ਕਰਪਸ਼ਨ ਨਹੀਂ ਕਰਨ ਦੇਵਾਂਗੇ। ਜੋ ਸਿੰਗਾਪੁਰ ਵਾਲੇ ਵੀ ਕਹਿੰਦੇ ਉੱਪਰੋਂ ਕਰਪਸ਼ਨ ਫੜੋਗੇ ਤਾਂ ਹੀ ਥੱਲੇ ਠੀਕ ਹੋ ਜਾਏਗੀ। ਇੱਕ ਵਾਰੀ ਉੱਪਰ ਵਾਲਿਆਂ ਨੂੰ ਫੜ ਲਿਆ ਥੱਲੇ ਤਾਂ ਆਪੇ ਠੀਕ ਹੋ ਜਾਣੀ ਹੈ। ਸਾਰਾ ਸਿਸਟਮ ਬਦਲ ਜਾਣਾ। 5 ਸਾਲ ਲੱਗਣਗੇ, 10 ਸਾਲ ਲੱਗਣਗੇ, ਟਾਈਮ ਤੇ ਲੱਗੇਗਾ। ਤੁਹਾਨੂੰ ਵਿਜ਼ਨ ਤਾਂ ਬਣਾਉਣਾ ਪੈਣਾ ਨਾ, ਪਰ ਸ਼ੁਰੂ ਕਰੋਗੇ ਤਾਂ ਹੀ ਖਤਮ ਹੋਏਗਾ ਨਾ ਕੰਮ। ਜੀ ਸੰਧੂ ਸਾਹਿਬ ਕੀ ਕਹਿੰਦੇ ਹੋ ਅਮਨਦੀਪ ਸੰਧੂ ਇਸ ਮਾਮਲੇ 'ਚ? ਬਿਲਕੁਲ ਠੀਕ ਹੈ। ਮੈਂ ਇੱਕ ਝਾਤੀ ਦੇ ਰਿਹਾ ਕਿੱਥੇ ਮੇਨ ਪ੍ਰੋਬਲਮ ਕੀ ਹੋ ਜਾਂਦੀ ਹੈ ਪੰਜਾਬ ਦੀ। ਦੇਖੋ ਜੇ 2017 ਨੂੰ ਯਾਦ ਕਰੋ, ਉਮੀਦਾਂ ਕਾਂਗਰਸ ਤੋਂ ਵੀ ਬਹੁਤ ਸੀ ਲੋਕਾਂ ਨੂੰ। ਉਦੋਂ ਵੀ ਕੈਪਟਨ ਨੇ ਜਦੋਂ ਗੁਟਕੇ ਸਾਹਿਬ ਦੀ ਸਹੁੰ ਖਾ ਲਈ ਸੀਗੀ, ਲੋਕਾਂ ਨੂੰ ਲੱਗਿਆ ਹਾਂ ਜੀ ਇਹ ਨਿਜਾਤ ਕਰਾ ਦੇਣਗੇ ਸਾਡੇ, ਭਾਵੇਂ ਕਿਸਾਨੀ ਦੇ ਲੋਨ ਨੇ, ਭਾਵੇਂ ਉਹ ਡਰੱਗਸ ਮਾਫੀਆ ਹੈਗਾ, ਭਾਵੇਂ ਕਰਪਸ਼ਨ ਹੈਗੀ ਹੈ, ਸਾਰੀਆਂ ਗੱਲਾਂ ਉਹਨਾਂ ਨੇ ਕਹੀਆਂ ਸੀਗੀਆਂ। ਪਰ ਯਾਦ ਕਰੋ ਕਿ ਜਿਸ ਦਿਨ ਸਹੁੰ ਖਾਧੀ ਸੀ ਕੈਪਟਨ ਸਰਕਾਰ ਨੇ, ਮਨਪ੍ਰੀਤ ਬਾਦਲ ਕਹਿੰਦਾ ਖਜ਼ਾਨਾ ਖਾਲੀ ਹੈ ਜੀ। ਮਤਲਬ ਇਹ ਤੁਹਾਨੂੰ ਮੈਨੀਫੈਸਟੋ ਬਣਾਉਂਦੇ ਸਮੇਂ ਨਹੀਂ ਸਮਝ ਆਈ, ਇਹ ਤੁਹਾਨੂੰ ਪੰਜਾਬ 'ਚ ਵਿਚਰਦੇ ਸਮੇਂ ਨਹੀਂ ਸਮਝ ਆਈ। ਉੱਤੋਂ 30,000 ਕਰੋੜ ਦਾ ਇੱਕ ਹੋਰ ਕਪਲਾ ਦੇਸ਼ ਪ੍ਰਤਾਪ ਦਾ ਕਰ ਗਏ ਸੀਗੇ ਉਹ, ਹੈਨਾ। ਤੇ ਖਜ਼ਾਨਾ ਤਾਂ ਖਾਲੀ ਹੈ ਪੰਜਾਬ ਦਾ। ਹੁਣ ਇਹ ਖਜ਼ਾਨੇ ਨੂੰ ਕਿਵੇਂ ਪੂਰੋਗੇ, ਸ਼ੁਰੂ ਕਿਵੇਂ ਕਰੋਗੇ ਇਹਦੇ ਨਾਲ? ਸਰ ਨੇ ਸਾਰੀਆਂ ਗੱਲਾਂ ਜਿਹੜੀਆਂ ਮੈਂ ਕਹਿ ਸਕਦਾ ਸੀ ਕਹਿਤੀਆਂ ਨੇ। ਮੈਂ ਇੱਕ ਐਡ ਕਰ ਰਿਹਾ ਉਹਦੇ ਵਿੱਚ ਕਿ ਦੇਖੋ, ਤੇ ਮੈਂ ਕੱਲ ਹੀ ਸੋਚ ਰਿਹਾ ਸੀ ਇਹਦੇ ਬਾਰੇ, ਇਸ ਵੇਲੇ ਯੂਕਰੇਨ ਦਾ ਤੇ ਰੂਸ ਦਾ ਤੇ ਯੂਕਰੇਨ ਦਾ ਜੰਗ ਲੱਗਿਆ ਹੋਇਆ। ਯੂਕਰੇਨ ਇੱਕ ਬਹੁਤ ਵੱਡਾ ਵੀਟ ਪ੍ਰੋਡਿਊਸਿੰਗ ਕੰਟਰੀ ਹੈਗਾ, ਉਹਦੇ ਕਰਕੇ ਵੀਟ ਦਾ ਡੈਫਿਸਿਟ ਹੋ ਗਿਆ ਗਲੋਬਲ ਮਾਰਕੀਟਸ ਵਿੱਚ। ਵੀਟ ਦੇ ਪ੍ਰਾਈਸਿਸ ਵੱਧ ਗਏ ਨੇ, ਦੁੱਗਣੇ ਤਿੱਗਣੇ ਚੌਗੁਣੇ ਵੀ ਹੋ ਜਾਣਗੇ। ਆਸਟ੍ਰੇਲੀਆ ਤੇ ਅਰਜਨਟੀਨਾ ਉਹਨੂੰ ਪੂਰਾ ਕਰ ਰਿਹਾ ਇਸ ਵੇਲੇ। ਚਾਈਨਾ ਦੇ ਆਪਣੀ ਬਿਮਾਰੀ ਲੱਗੀ ਹੋਈ ਹੈ, ਉਹਨਾਂ ਦੀ ਵੀਟ ਨਹੀਂ ਉਗ ਰਹੀ। ਪੰਜਾਬ ਦਾ ਹੁਣ ਆ ਸਮਾਂ ਆ ਗਿਆ, ਸਾਡੇ ਹਾਰਵੈਸਟਿੰਗ ਸੀਜ਼ਨ ਆ ਗਿਆ, 4 ਹਫ਼ਤਿਆਂ ਵਿੱਚ ਆਪਾਂ ਤਿਆਰ ਹੋ ਜਾਣਾ। ਕਿਉਂ ਨਹੀਂ ਪੰਜਾਬ ਨੈਗੋਸ਼ੀਏਟ ਕਰਦਾ ਸੈਂਟਰ ਨਾਲ ਸਿੱਧਾ ਇਸ ਵੇਲੇ? ਇਹ ਬਹੁਤ ਵੱਡਾ ਮੌਕਾ ਹੈ ਆਪ ਵਾਸਤੇ ਜੇ ਉਹਨੂੰ ਠੀਕ ਤਰ੍ਹਾਂ ਲੈਣ ਹੋ। ਕੱਲ ਰਾਤ ਜਿਨ੍ਹਾਂ ਨਾਲ ਮੈਂ ਆਪ ਵਾਲਿਆਂ ਨਾਲ ਗੱਲ ਕਰ ਰਿਹਾ ਸੀ, ਸਾਰੇ ਮੰਨ ਰਹੇ ਸੀਗੇ ਇਸ ਨੂੰ। ਮੈਂ ਕਹਿੰਦਾ ਕਿ ਤੁਸੀਂ ਜਾ ਕੇ ਗਵਰਨਮੈਂਟ ਨਾਲ, ਸੈਂਟਰ ਗਵਰਨਮੈਂਟ ਨਾਲ ਗੱਲ ਕਰੋ ਕਿ ਪੰਜਾਬ ਸਿੱਧਾ ਹੀ ਐਕਸਪੋਰਟ ਕਰ ਦੂਗਾ ਇੰਟਰਨੈਸ਼ਨਲ ਮਾਰਕੀਟਸ ਨੂੰ। ਨਾ ਕਮਾਓ ਨਾ, ਜੇ ਪੰਜਾਬ ਦੇ ਕਿਸਾਨ ਦੀ ਮਜ਼ਦੂਰੀ ਤੋਂ ਤੁਸੀਂ ਸੈਂਟਰ ਗਵਰਨਮੈਂਟ ਕਿਉਂ ਬੈਨੀਫਿਟ ਕਰੇ? ਪੰਜਾਬ ਦੇ ਐਕਸਚੇਕਰ 'ਚ ਪੈਸਾ ਆਵੇ, ਤੁਹਾਡੇ ਕੋਲ ਕੁਝ ਫੰਡਸ ਤਾਂ ਸ਼ੁਰੂ ਤੋਂ ਕਰਨ ਵਾਸਤੇ ਹੋਣਗੇ। ਤੇ ਸੰਧੂ ਸਾਹਿਬ ਉਹਦੇ 'ਚ ਇੱਕ ਸਵਾਲ ਹੈ। ਸਵਾਲ ਇਹ ਹੈ ਕਿ ਪੰਜਾਬ ਨੂੰ ਤਾਂ ਜਿਹੜੀ ਲਿਮਟ ਮਿਲਦੀ ਹੈ ਨਾ ਖਰੀਦਣ ਲਈ ਫਸਲ, ਉਹ ਵੀ ਕੇਂਦਰ ਦੇ ਰਹਿਮੋ ਕਰਮ ਤੇ ਮਿਲਦੀ ਆ। ਤੁਸੀਂ ਸੋਚੋ ਕਿ ਜੇ FCI ਦਖਲ ਹੱਥ ਪਿਛਾਂ ਖਿੱਚਦੀ ਹੈ ਤੇ ਅੱਧਾ ਪੰਜਾਬ ਉਬਲ ਜਾਂਦਾ ਹੈ। ਸਰਕਾਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ। ਪਹਿਲਾਂ ਇੰਨੇ ਜੋਗੇ ਤੇ ਹੋ ਲੈਣ ਕਿ ਇਹਨਾਂ ਨੂੰ ਰਿਜ਼ਰਵ ਬੈਂਕ ਕੋਈ 50,000 ਕਰੋੜ ਜਾਂ ਲੱਖ ਕਰੋੜ ਦਾ ਕਰਜ਼ਾ ਆਫਰ ਕਰਦੇ ਵੀ ਤੁਸੀਂ ਫਸਲ ਖਰੀਦ ਕੇ ਸਾਨੂੰ 2 ਮਹੀਨੇ ਬਾਅਦ ਵਾਪਸ ਕਰ ਦਿਓ। ਸੰਕਟ ਇੱਕ ਥੋੜੀ ਹੈ, ਸਾਡੇ ਕੋਲ ਕੁਝ ਗਰੰਟੀ ਦੇਣ ਲਈ ਕੀ ਆ? ਅਸੀਂ ਗਹਿਣੇ ਕੀ ਰੱਖਣਾ, ਅਸੀਂ ਰਹਿਣ ਕੀ ਕਰਨਾ ਆਪਣਾ? ਸਾਡੇ ਕੋਲ ਤਾਂ ਸਰਕਾਰੀ ਬਿਲਡਿੰਗ ਕੋਈ ਨਹੀਂ ਬਚ ਰਹੀ। ਕੀ ਕਹਿੰਦੇ? ਸਾਡੇ ਤਾਂ ਮੁਰਦਾ ਘਰ ਵੀ ਗਿਰਵੀ ਰੱਖੇ ਗਏ ਨੇ, ਪਰ ਗੱਲ ਉਹ ਨਹੀਂ ਹੈਗੀ। ਗੱਲ ਹੈ ਕਿ ਹੁਣ ਜੇ ਇੱਕ ਨਵੀਂ ਗਵਰਨਮੈਂਟ ਆਈ ਹੈ,
ਹੁਣ ਜੇ ਇਹ ਦਿੱਲੀ ਬੇਸਡ ਗਵਰਨਮੈਂਟ ਹੈਗੀ ਹੈ, ਇਹਦਾ ਇੱਕ ਤਰੀਕਾ ਹੋਣਾ ਚਾਹੀਦਾ ਸੈਂਟਰ ਨਾਲ ਗੱਲ ਕਰਕੇ ਪੰਜਾਬ ਦੇ ਪੱਖ ਵਿੱਚ ਕੁਝ। ਜੇ ਹਰਿਆਣਾ ਜੁਆਇਨ ਕਰਨਾ ਚਾਹੁੰਦਾ ਹਰਿਆਣਾ ਵੀ ਕਰ ਲੇ, FCI ਕੋਲ ਬਥੇਰਾ ਅੰਨ ਪਿਆ ਜਿਹੜਾ ਗਲ ਰਿਹਾ ਹੈਗਾ, ਹੈਨਾ। ਤੇ ਪ੍ਰੋਕਿਉਰਮੈਂਟ ਨੈਸ਼ਨਲ ਲੈਵਲ ਤੇ ਹੋਣ ਦੀ ਜ਼ਿਆਦਾ ਲੋੜ ਨਹੀਂ ਹੈਗੀ, ਮਤਲਬ ਕਰੋ ਜਿੰਨੀ PDS ਸਿਸਟਮ ਵਾਸਤੇ ਤੁਹਾਨੂੰ ਚਾਹੀਦੀ ਹੈਗੀ ਹੈ। ਬਟ ਬਾਕੀ ਐਕਸਪੋਰਟਸ, ਹਰਿਆਣੇ ਦਾ ਹਾਲ ਕਿਹੜਾ ਚੰਗਾ ਹੈਗਾ, ਮੱਧ ਪ੍ਰਦੇਸ਼ ਦਾ ਹਾਲ ਕਿਹੜਾ ਚੰਗਾ ਹੈਗਾ। ਇੱਕ ਮੌਕਾ ਹੈਗਾ ਇਹ, ਮੈਂ ਕਹਿ ਰਿਹਾ, ਮਤਲਬ ਵਾਰ ਬਹੁਤ ਗਲਤ ਗੱਲ ਹੁੰਦੀ ਹੈ, ਬਟ ਓਪਰਚੁਨਿਟੀ ਵੀ ਹੋ ਜਾਂਦੀ ਹੈ ਕਦੇ ਕਦੇ। ਤੇ ਤਾਂ ਗਲੋਬਲ ਹੰਗਰ ਦੇ ਖਿਲਾਫ ਹੈ, ਤੇ ਤੁਸੀਂ ਉਹਨੂੰ ਦੇ ਦਿਓ। ਤੁਸੀਂ ਮਤਲਬ ਸੈਂਟਰ ਤੇ ਸਟੇਟ ਹੁਣ ਬਹਿ ਕੇ ਇਹ ਫੈਸਲਾ ਕਰ ਲੈਣ। 2 BJP ਦੀਆਂ ਸਟੇਟਾਂ ਨੇ, ਇੱਕ ਆਪ ਦੀ ਸਟੇਟ ਹੈ, ਜੋ ਉੱਥੇ ਹੋਵੇ ਉਹ ਇੱਥੇ ਹੋਵੇ। ਪਰ ਸੰਧੂ ਇਹ ਤਾਂ ਨੈਗੋਸ਼ੀਏਸ਼ਨ ਸਕਿੱਲ ਹੈ ਨਾ ਤੁਹਾਡੀ। ਸੰਧੂ ਸਾਹਿਬ, ਜਿਸ ਦਿਨ ਨਤੀਜੇ ਆ ਰਹੇ ਸੀਗੇ, ਕੋਈ ਲਗਭਗ ਅੱਧੇ ਕੁ ਦਿਨ ਤੋਂ ਬਾਅਦ ਕੇਜਰੀਵਾਲ ਸਾਹਿਬ ਆਪਣੇ ਹੈੱਡਕੁਆਟਰ ਤੋਂ ਐਡਰੈਸ ਕਰਦੇ ਆ, ਪੰਜਾਬੀਆਂ ਨੂੰ ਲਵ ਯੂ ਕਹਿ ਕੇ। ਕਮਾਲ ਕਰਤੀ, ਪੰਜਾਬੀਆਂ ਨੇ ਦੇਸ਼ ਨੂੰ ਸੰਬੋਧਿਤ ਹੋ ਜਾਂਦੇ ਸਿੱਧੇ। ਕਹਿੰਦੇ ਹੁਣ ਇਸੇ ਤਰ੍ਹਾਂ ਦੀ ਨੇਰੀ ਦੇਸ਼ ਵਿੱਚ ਆਊਗੀ ਤਾਂ ਹੀ ਸਿਸਟਮ ਬਦਲਣਗੇ। ਉਹ ਜਿਹੜੇ ਦਿੱਲੀ ਦੇ ਕੇਂਦਰੀ ਹਾਕਮ ਨੇ, ਉਹਨਾਂ ਨੂੰ ਕਿਤੇ ਠੰਡਾ ਕੱਢਦਾ ਹੋਊਗਾ ਵੀ ਇਹ ਤਾਂ ਯਾਰ ਸਾਡੀ ਕੁਰਸੀ ਦੀਆਂ ਲੱਤਾਂ ਨੂੰ ਆਣ ਪਏ ਨੇ। ਮੈਨੂੰ ਤੁਸੀਂ ਦੱਸੋ ਵੀ ਉਹ ਇਹਨਾਂ ਦਾ ਸਾਹ ਸੌਖਾ ਹੋਣ ਦੇਣਗੇ? ਇਹ ਟਕਰਾਅ ਸੰਘੀ ਢਾਂਚੇ ਦੀ ਜਿਹੜੀ ਮੂਲ ਇਬਾਰਤ ਹੈ, ਇਹ ਟਕਰਾਅ ਤੁਹਾਨੂੰ ਨਹੀਂ ਲੱਗਦਾ ਵੀ ਇਹ ਏਡੇ ਸੌਖੇ ਨਹੀਂ ਹੱਲ ਹੋਣ ਵਾਲੇ? ਜਦੋਂ ਇਹ ਕੇਂਦਰ ਵੱਲ ਨੂੰ ਤੁਰਨਗੇ ਵੀ ਸਾਨੂੰ ਪੰਜਾਬ ਲਈ ਆਹ ਦੇ ਦਿਓ, ਉਹਨਾਂ ਨੂੰ ਨਾਲ ਹੀ ਲੱਗੂਗਾ ਕਿ ਇਹ ਦਿੱਲੀ ਦੇ ਵੱਡੇ 7 RCR ਵੱਲ ਨੂੰ ਤੁਰਦੇ ਦਿਸਦੇ। ਪਹਿਲੀ ਦਿਨ ਜਦੋਂ ਕੇਜਰੀਵਾਲ ਇਸ ਕੈਂਪੇਨ ਤੇ ਪੰਜਾਬ ਵੜਿਆ ਸੀਗਾ, ਕਿਸੇ ਨੇ ਉਹਨੂੰ ਕਸ਼ਮੀਰ ਦਾ ਸਵਾਲ ਪੁੱਛਿਆ ਸੀਗਾ ਕਿ ਕਿਵੇਂ ਤੂੰ ਸਪੋਰਟ ਕਰਤੀ ਉਹ 370 ਉੱਥੇ ਐਬਰੋਗੇਸ਼ਨ, ਹਨਾ। ਹੁਣ ਕੇਜਰੀਵਾਲ ਦਾ ਟਾਈਮ ਹੈ ਕਿ ਪੰਜਾਬ ਦੇ ਲੋਕਾਂ ਨਾਲ ਆ ਕੇ ਖੜਾ ਹੋਵੇ। ਨੈਸ਼ਨਲ ਐਂਬੀਸ਼ਨਸ ਬਾਅਦ ਚ ਹੋ ਜਾਣਗੀਆਂ ਤੇਰੀਆਂ ਪੂਰੀਆਂ, ਪਰ ਜਦੋਂ ਤੀ ਇਹ ਦੇਸ਼ ਡੀਸੈਂਟਰਲਾਈਜ਼ਡ ਨਹੀਂ ਹੁੰਦਾ, ਜਦੋਂ ਤੀ ਫੈਡਰਲ ਸਟਰਕਚਰ ਨਹੀਂ ਬਣਦਾ, ਇਸ ਦੇਸ਼ ਦਾ ਹੀ ਨਿਜਾਤ ਨਹੀਂ ਹੈਗਾ। ਇੱਕ ਸੈਂਟਰਲਾਈਜ਼ਡ BJP ਨੇ ਤੁੜਵਾ ਦੇਣਾ ਸਾਰਾ ਦੇਸ਼। ਸਾਰੇ ਅਸੀਂ ਸਾਊਥ ਦੇ ਸਟੇਟਸ ਦੁਖੀ ਹੋਏ ਪਏ ਆ BJP ਤੋਂ, ਸੈਂਟਰ ਦੀਆਂ ਪਾਲਿਸੀਆਂ ਤੋਂ। ਤਾਮਿਲਨਾਡੂ ਨੂੰ ਦੇਖੋ ਕਿਵੇਂ ਚੀਕਾ ਮਾਰਦਾ, ਕੇਰਲਾ ਨੂੰ ਦੇਖੋ ਕਿਵੇਂ ਚੀਕਾ ਮਾਰਦਾ, ਹੈ ਨਾ। ਤੇ ਇਹ ਜਿਹੜਾ ਸੈਂਟਰਲਾਈਜ਼ੇਸ਼ਨ ਵਾਲਾ ਮਾਡਲ ਹੈਗਾ ਨਾ BJP ਦਾ, ਇਹ ਚੱਲਣਾ ਨਹੀਂ ਹੈਗਾ। ਜੋੜਕਾ ਸਾਹਿਬ ਜੀ, ਮੈਨੂੰ ਲੱਗਦਾ ਮਤਲਬ ਇਮੀਡੀਏਟਲੀ ਆਪਾਂ ਇਸ ਦੇ ਬਾਰੇ ਕੁਝ ਕਰ ਸਕਦੇ ਹਾਂ। ਨਹੀਂ ਸਰ ਬੋਲੋ। ਇਹ ਜਿਹੜਾ ਸੈਂਟਰਲਾਈਜ਼ਡ ਮਾਡਲ ਹੈਗਾ, ਜਿਵੇਂ ਕਹਿ ਰਿਹਾ RSS ਦਾ ਹੈਗਾ, ਸਾਰਾ ਹਿਸਾਬ ਕਿਤਾਬ ਜਿਹੜਾ ਹੈਗਾ ਉਹਨੇ ਨਹੀਂ ਚੇਂਜ ਹੋਣਾ ਇਤਨੀ ਜਲਦੀ। ਇਸ ਟਾਈਮ ਪੰਜਾਬ ਨੂੰ ਲੋੜ ਹੈਗਾ ਪੰਜਾਬ ਸਪੈਸੀਫਿਕ ਸੋਚੇ। ਸਾਡੇ ਕਿਹੜੇ ਰਿਸੋਰਸਿਸ ਹੈਗੇ ਜਿਨ੍ਹਾਂ ਨੂੰ ਅਸੀਂ ਮੋਬਿਲਾਈਜ਼ ਕਰਕੇ ਆਪਣੀਆਂ ਜਿਹੜੀਆਂ ਇਮੀਡੀਏਟ ਪ੍ਰੋਬਲਮਸ ਹੈਗੀਆਂ ਪਹਿਲੇ ਉਹਨਾਂ ਨੂੰ ਕੀਤਾ ਜਾਏ ਨਿਜਾਤ, ਫਿਰ ਉਸ ਤੋਂ ਬਾਅਦ ਤੁਹਾਡੀਆਂ ਮੀਡੀਅਮ ਟਰਮ, ਲੌਂਗ ਟਰਮ ਇੱਕ ਸਟ੍ਰੈਟਜੀ ਬਣਾਈ ਜਾਏ। ਖੇਤੀਬਾੜੀ ਆਲਰੇਡੀ ਪੰਜਾਬ ਵਿੱਚ ਘਟ ਚੁੱਕੀ ਹੈ। ਪੰਜਾਬ ਵਿੱਚ ਕਹਿਣ ਦੀ ਗੱਲ ਹੈ ਕਿ ਆਪਾਂ ਖੇਤੀਬਾੜੀ ਦੀ ਗੱਲ ਕਰਦੇ ਹਾਂ, ਜਿਹੜਾ ਪੰਜਾਬ ਦਾ ਜਿਹੜਾ ਵਰਕਿੰਗ ਪੋਪੂਲੇਸ਼ਨ ਹੈਗਾ ਓਵਰਆਲ ਉਹਦੇ 20-25% ਹੀ ਹੈਗਾ ਜਿਹੜਾ ਖੇਤੀ 'ਚ ਲੱਗਿਆ। ਸਾਰੇ ਬੰਦੇ ਖੇਤੀ 'ਚ ਕੰਮ ਨਹੀਂ ਕਰਦੇ। ਕਹਿਣ ਦੀ ਗੱਲ ਹੈ ਪੰਜਾਬ ਦੇ ਪਿੰਡਾਂ ਦੀ ਵੀ ਜਿਹੜੀ ਇਨਕਮ ਹੈਗੀ ਉਹ ਨਾਨ ਫਾਰਮ ਸੈਕਟਰ ਤੋਂ 50% ਤੋਂ ਜ਼ਿਆਦਾ ਹੁੰਦੀ ਹੈਗੀ। ਸਾਰੇ ਇੰਡੀਆ ਦੇ ਵਿੱਚ ਵੀ ਇਹੀ ਹਾਲ ਹੈਗਾ। ਪੰਜਾਬ ਦੇ ਵਿੱਚ ਖੇਤ ਮਜ਼ਦੂਰੀ ਦੀ ਗੱਲ ਤਾਂ ਲੋਕ ਕਰਦੇ ਹੈਗੇ, ਜਿਹੜੇ ਪੋਲੀਟੀਸ਼ੀਅਨ ਤੇ ਗੱਲ ਕਰਦੇ ਆ, ਪਰ ਮਜ਼ਦੂਰੀ ਹੈ ਹੀ ਨਹੀਂ ਖੇਤੀ 'ਚ ਅਵੇਲੇਬਲ। ਸਾਰਾ ਤੁਹਾਡੀ ਜਿਹੜੀ ਹਾਰਵੈਸਟਿੰਗ ਜਿੱਥੇ 2 ਮਹੀਨੇ ਲੱਗਦੇ ਸੀ ਉਹ 2 ਹਫ਼ਤਿਆਂ 'ਚ ਸਾਰਾ ਕੁਝ ਨਿਬੜ ਜਾਂਦਾ, ਹਫ਼ਤੇ ਨਿਬੜ ਜਾਂਦਾ ਸਾਰਾ ਕੁਝ। ਉਸ ਤਰ੍ਹਾਂ ਦਾ ਕੰਮ ਨਹੀਂ ਰਿਹਾ ਖੇਤੀ ਦੇ ਵਿੱਚ, ਮਜ਼ਦੂਰੀ ਨਹੀਂ ਰਹੀ, ਨਾਲੇ ਲੋਕਾਂ ਦੀਆਂ ਜ਼ਮੀਨਾਂ ਘਟ ਗਈਆਂ ਤੇ ਲੋਕੀ ਡਾਈਵਰਸਿਫਾਈ ਕਰ ਰਹੇ। ਆਲਰੇਡੀ ਐਟ ਫੈਮਿਲੀ ਲੈਵਲ ਡਾਈਵਰਸਿਫਿਕੇਸ਼ਨ ਹੋ ਚੁੱਕਿਆ। ਤੇ ਇਸ ਵਾਸਤੇ ਪੰਜਾਬ ਇਸ ਟਾਈਮ ਆਪਣੇ ਆਪ ਨੂੰ ਸੋਚੇ, ਪੰਜਾਬ ਦਾ ਸ਼ਹਿਰੀਕਰਨ ਕਿਵੇਂ ਹੋ ਰਿਹਾ, ਸ਼ਹਿਰਾਂ ਦਾ ਵਿਕਾਸ ਕਿਵੇਂ ਹੋਏਗਾ, ਕਿ ਕਿਸ ਤਰ੍ਹਾਂ ਦੀਆਂ ਫੈਕਟਰੀਆਂ ਲੱਗ ਸਕਦੀਆਂ, ਕਿਹੜੀ ਸਰਵਿਸ ਸੈਕਟਰ ਹੈਗਾ ਜਿਹੜਾ ਸਾਡਾ ਇੱਥੇ ਪ੍ਰਮੋਟ ਕੀਤਾ ਜਾ ਸਕਦਾ, ਉਸ ਨੂੰ ਲੈ ਕੇ ਕਨੈਕਟ ਕਰੋ। ਮੈਨੂੰ ਲੱਗਦਾ ਅਜੇ ਵੀ ਤੁਹਾਡਾ ਜਿਹੜਾ ਆਪਣਾ ਜਿਹੜਾ ਇੰਟਰਨਲ ਡਾਇਸਪੋਰਿਕ ਰਿਸੋਰਸਿਸ ਹੈਗਾ ਉਹਨਾਂ ਨੂੰ ਕਹੋ ਆ ਕੇ ਇੱਥੇ ਇਨਵੈਸਟ ਕਰਨ, ਆਪਣੀਆਂ ਕੋਆਪਰੇਟਿਵਸ ਬਣਾਉਣ। ਉਹ ਕੈਪਨੀ ਵਰਗੇ ਜਿਹੜੇ ਬੰਦੇ ਹੈਗੇ ਉਹਨਾਂ ਦੇ ਕੋਲ ਪੈਸਾ ਬਥੇਰਾ ਸੀਗਾ, ਅਜੇ ਵੀ ਹੈਗਾ ਉਹਨਾਂ ਹੈਗੇ, ਜਿਹੜੇ ਪੰਜਾਬ ਦੇ ਵਿੱਚ ਆ ਕੇ ਪੂਰਾ ਦਾ ਪੂਰਾ ਤੁਹਾਡਾ ਸੈਕਟਰ ਅਡਾਪਟ ਕਰਕੇ ਉਹਨੂੰ ਇਨਵੈਸਟ ਕਰਨਗੇ। ਉਹ ਫੈਸਿਲਿਟੇਟ ਕਰੇ ਸਟੇਟ ਗਵਰਨਮੈਂਟ। ਉਹ ਕਾਫੀ ਕੁਝ ਆਲਰੇਡੀ ਸਟੇਟ ਗਵਰਨਮੈਂਟ ਕਰ ਸਕਦੀਆਂ ਹੈਗੀਆਂ, ਜਿਵੇਂ ਕਰਨਾਟਕਾ ਵਾਲਿਆਂ ਨੇ ਕੀਤਾ, ਜਾਂ ਗੁਜਰਾਤ ਵਾਲੇ ਕਰ ਰਹੇ ਆ, ਜਾਂ ਤਮਿਲਨਾਡੂ ਵਾਲਿਆਂ ਨੇ ਕੀਤਾ, ਕੇਰਲਾ ਵਾਲੇ ਕਰ ਰਹੇ ਆ। ਜਿਹੜੇ ਪੰਜਾਬ ਗਵਰਨਮੈਂਟ ਨਾ ਤਾਂ ਉਹਨਾਂ ਨੂੰ ਪਤਾ ਹੈਗਾ, ਨਾ ਉਹਨਾਂ ਨੇ ਇਹਨਾਂ ਦੇ ਬਾਰੇ ਕੋਈ ਸੋਚਿਆ ਹੈਗਾ। ਉਹਨਾਂ ਨੂੰ ਬੈਠ ਕੇ ਪਹਿਲੇ ਤਾਂ ਆਈਡੈਂਟੀਫਾਈ ਕਰੋ ਐਗਜ਼ਿਸਟਿੰਗ ਸਟਰਕਚਰ ਦੇ ਵਿੱਚ ਅਸੀਂ ਇਕਨੋਮਿਕਲੀ ਕਿਵੇਂ ਆਪਣੇ ਆਪ ਨੂੰ ਇਵੋਲਵ ਕਰਾ ਸਕਦੇ ਹਾਂ। ਉਸ ਤੋਂ ਬਾਅਦ ਫਿਰ ਬਾਕੀ ਉਹ ਨੈਗੋਸ਼ੀਏਸ਼ਨ ਜਿਹੜੀਆਂ ਸੈਂਟਰ ਦੇ ਨਾਲ ਹੈ, ਕਿੱਥੇ ਲੱਗ ਕੇ ਕਰੋ, ਕਿੱਥੇ ਕੋਆਪਰੇਟ ਕਰੋ, ਕਿੱਥੇ ਤੁਸੀਂ ਆਪਣਾ ਕਨਫਰੰਟੇਸ਼ਨ ਲੈਣੀ ਹੈ। ਹੁਣ ਉਹ ਲਾਰਜਰ ਲੈਵਲ ਦੀ ਪੋਲਿਟਿਕਸ ਦੇ ਬਾਰੇ ਸੋਚਣਾ ਸ਼ੁਰੂ ਕਰਨਗੇ ਤਾਂ ਫਿਰ ਤਾਂ ਉਹਦੇ 'ਚ ਰਹਿ ਜਾਣਗੇ, ਪੰਜਾਬ ਦਾ ਕੁਝ ਨਹੀਂ ਕਰ ਸਕਦੇ। ਮੈਨੂੰ ਲੱਗਦਾ ਇਮੀਡੀਏਟਲੀ ਸਾਡਾ ਜਿਹੜਾ ਸਰਵਾਈਵਲ ਦਾ ਸਵਾਲ ਹੈਗਾ, ਇੱਕਦਮ ਉਹ ਜਿਹੜਾ ਨਾ ਮਤਲਬ ICU ਵਾਲੀ ਗੱਲ ਹੋਈ ਪਈ ਆ, ਉੱਥੇ ਜਿਹੜੀ ਨਵੀਂ ਟੀਮ ਹੈਗੀ ਇਹਨੂੰ ਲਾ ਕੇ ਸਾਡੀ ਦੁਨੀਆ ਭਾਵੇਂ ਠੀਕ ਹੈ ਕੇਜਰੀਵਾਲ ਤੂੰ ਜਿੱਦਾਂ ਰਹਾ ਗੋਆ, ਜਿੱਥੇ ਜਾਣਾ ਮਰਜ਼ੀ ਜਾਣਾ ਨਾ ਜਾ, ਅਸੀਂ ਪੰਜਾਬ ਸੈਂਟਰਿਕ ਰਵਾਂਗੇ। ਅਸੀਂ ਪੰਜਾਬ ਦਾ ਭਲਾ ਸੋਚਣਾ ਹੈਗਾ। ਪੰਜਾਬ ਦੇ ਸਾਡੇ ਵਰਗੇ ਜਿਹੜੇ ਬੰਦੇ ਹੈਗੇ ਵੀ ਆਰ ਦੇਅਰ,
ਜਿੱਥੇ ਵੀ ਲੋੜ ਪਏਗੀ ਆਪਾਂ ਬੋਲਾਂਗੇ। ਹੋਰ ਵੀ ਇਦਾਂ ਤਰ੍ਹਾਂ ਜੇ ਸਾਡੇ 'ਚ ਸੈਂਟੀਮੈਂਟ ਹੈਗਾ ਸਾਰੇ ਪੰਜਾਬੀਆਂ 'ਚ ਗਲੋਬਲੀ ਹੈਗਾ, ਸਾਡੇ ਤੋਂ ਜ਼ਿਆਦਾ ਹੈਗਾ, ਕਿਤੇ ਜ਼ਿਆਦਾ ਹੈਗਾ। ਕੈਨੇਡਾ ਤੋਂ ਲੋਕ ਆਉਂਦੇ ਸੀ, ਠੀਕ ਹੈ ਜੀ, ਫਾਰਮਰ ਮੂਵਮੈਂਟ 'ਚ ਮੱਥਾ ਟੇਕਣ ਆਉਣਾ, ਇੱਕ ਵਾਰੀ ਹੋ ਕੇ ਹਾਜ਼ਰੀ ਲਗਵਾ ਕੇ ਆ ਜਾਈਏ। ਉਹ ਹਾਜ਼ਰੀ ਲਗਾਉਣ ਵਾਸਤੇ ਜੇ $20,000 ਖਰਚ ਕਰਨ ਨੂੰ ਤਿਆਰ ਹੈਗਾ, ਤਾਂ ਉੱਥੇ $20 ਮਿਲੀਅਨ ਵੀ ਇਕੱਠੇ ਕਰਕੇ ਪੰਜਾਬ ਦੇ ਵਿੱਚ ਇਨਵੈਸਟ ਕਰਨ ਨੂੰ ਤਿਆਰ ਹੋ ਜਾਣਗੇ। ਉਹਨਾਂ ਨੂੰ ਕਹੋ ਹਾਂ ਜੀ ਤੁਹਾਨੂੰ ਫਾਇਦਾ ਵੀ ਹੋਏਗਾ, ਤੁਹਾਡਾ ਲੌਂਗ ਟਰਮ ਇੰਡਸਟਰੀ ਹੈ, ਤੁਹਾਡੇ ਨਿਆਣੇ ਇੱਥੇ ਵਾਪਸ ਆ ਜਾਣਗੇ, ਕੈਨੇਡਾ ਤੋਂ ਚੰਗਾ ਬਣਾ ਸਕਦੇ ਹੋ ਤੁਸੀਂ ਪੰਜਾਬ ਨੂੰ। ਇਸ ਤਰ੍ਹਾਂ ਦਾ ਜਿਹੜਾ ਰਿਸੋਰਸਿਸ ਪੰਜਾਬ ਦੇ ਕੋਲ ਆਲਰੇਡੀ ਹੈਗੇ, ਇੰਟਰਨਲ ਰਿਸੋਰਸਿਸ ਹੈਗੇ, ਐਗਰੀਕਲਚਰ ਦੇ ਹੈਗੇ, ਬਾਕੀ ਜਿਹੜੀ ਤੁਹਾਡੀ ਇੰਡਸਟਰੀ ਹੈਗੀ ਜਿੱਥੇ ਤੁਸੀਂ ਫੈਸਿਲਿਟੇਟ ਕਰ ਸਕਦੇ ਹੋ। ਹਿਮਾਚਲ 'ਚ ਇੰਡਸਟਰੀਲਾਈਜੇਸ਼ਨ ਹੁੰਦਾ, ਪੰਜਾਬ ਦਾ ਨਹੀਂ ਹੁੰਦਾ। ਹਿਮਾਚਲ ਤਾਂ ਵੈਸੇ ਵੀ ਉੱਥੇ ਹੋਣਾ ਹੀ ਨਹੀਂ ਚਾਹੀਦਾ ਇੰਡਸਟਰੀਲਾਈਜੇਸ਼ਨ, ਜਿੱਦਾਂ ਦੀ ਉੱਥੋਂ ਦੀ ਇਕੋਲੋਜੀ ਹੈਗੀ, ਪਰ ਉੱਥੇ ਉਹ ਕਰਾ ਲੈਂਦੇ ਆ ਫੈਸਿਲਿਟੇਟ। ਪੰਜਾਬ ਵਿੱਚ ਕਿਉਂ ਨਹੀਂ ਹੁੰਦਾ? ਪੰਜਾਬ ਦਾ ਤੁਹਾਡਾ ਲੁਧਿਆਣਾ ਹੈਗਾ, ਜਲੰਧਰ ਹੈਗਾ, ਅੰਮ੍ਰਿਤਸਰ, ਕਿੰਨੀਆਂ ਫੈਕਟਰੀਆਂ ਹੁੰਦੀਆਂ ਸੀਗੀਆਂ। ਅੰਮ੍ਰਿਤਸਰ ਵਾਜ਼ ਐਨ ਇੰਡਸਟਰੀਅਲ ਟਾਊਨ, ਸਾਰਾ ਡੀ ਇੰਡਸਟਰੀਲਾਈਜੇਸ਼ਨ ਹੋਇਆ ਪੰਜਾਬ ਦਾ ਪਿਛਲੇ 25 ਸਾਲਾਂ ਦੇ ਵਿੱਚ। ਉਸ ਨੂੰ ਰੀ ਇੰਡਸਟਰੀਲਾਈਜ਼ ਕਿਵੇਂ ਕਰੋਗੇ? ਤੁਹਾਡੇ ਮਜਾਲ ਬੈਠੇ, ਉਹਨਾਂ ਨੂੰ ਵਾਪਸ ਲੈ ਕੇ ਆਓ, ਉਹਨਾਂ ਨੂੰ ਕਹੋ ਜੀ ਅਸੀਂ ਤੁਹਾਨੂੰ ਜਗ੍ਹਾ ਦਿੰਦੇ ਹਾਂ, ਤੁਹਾਨੂੰ ਇਨਸੈਂਟਿਵ ਦਿੰਦੇ ਹਾਂ, ਤੁਸੀਂ ਆਓ ਵਾਪਸ, ਫੈਕਟਰੀਆਂ ਇੱਥੇ ਲਗਾਓ। ਪੰਜਾਬ ਵਿੱਚ ਬੜੀਆਂ ਫੈਕਟਰੀਆਂ ਲੱਗ ਸਕਦੀਆਂ, ਲੋਕਾਂ ਦੇ ਕੋਲ ਚਾਹ ਵੀ ਹੈਗਾ, ਲੈਂਡ ਵੀ ਹੈਗੀ। ਪੰਜਾਬ ਦੇ ਲੋਕ ਬੜਾ ਖੁਸ਼ ਹੋ ਕੇ ਜ਼ਮੀਨਾਂ ਦੇਣਗੇ, ਉਹਨਾਂ ਨੂੰ ਜ਼ਮੀਨ ਦੇ ਪੈਸੇ ਦੇ ਦਿਓ ਬਸ, ਹੋਰ ਤਾਂ ਕੁਝ ਨਹੀਂ ਚਾਹੀਦਾ ਉਹਨਾਂ ਨੂੰ। ਕੋਈ ਇਹਨਾਂ ਲੰਬਾ ਚੌੜਾ ਖੇਤੀ ਨਾਲ ਉਹਨਾਂ ਕੋਲ ਨਹੀਂ ਹੈਗਾ। ਜਦੋਂ ਉਹਨਾਂ ਨੂੰ ਪੈਸੇ ਮਿਲ ਜਾਂਦੇ, ਠੀਕ ਹੈ ਜੀ, ਖੁਸ਼ ਹੈ ਜੀ, ਆਪਣਾ ਮਤਲਬ ਤੁਸੀਂ ਲਗਾਓ ਇੱਥੇ ਉਸ ਹਿਸਾਬ। ਤੇ ਬਹੁਤ ਸਾਰੀ ਇੰਡਸਟਰੀਜ਼ ਹੈਗੀਆਂ ਜਿੱਥੇ ਤੁਹਾਨੂੰ ਬਹੁਤ ਜ਼ਿਆਦਾ ਜ਼ਮੀਨ ਦੀ ਲੋੜ ਨਹੀਂ ਹੈਗੀ, ਤੁਹਾਨੂੰ ਬਸ 10 ਕਿੱਲੇ ਚਾਹੀਦੇ ਆ, ਉਸ ਤੋਂ ਬਾਅਦ ਤੁਸੀਂ ਵਰਟੀਕਲਾਈਜ਼ ਕਰ ਸਕਦੇ ਹੋ। ਜੀ ਜੀ, ਅਮਨਦੀਪ ਸੰਧੂ ਸਾਹਿਬ, ਤੁਸੀਂ ਇੱਥੇ ਗੱਲ ਹੁਣ ਮੁਕਾ ਲਓ ਲਾਸਟ। ਹਾਂਜੀ, ਨਹੀਂ, ਦੋ ਗੱਲਾਂ ਹੋਰ। ਦੂਜੇ ਪਾਸੇ ਆਈ ਥਿੰਕ ਜਿਹੜੇ ਮਾਫੀਆਜ਼ ਬਣੇ ਹੋਏ ਨੇ ਨਾ, ਹੁਣ ਦੋ ਜਦੋਂ ਅਕਾਲੀ ਸੀਗੇ ਤੇ ਫਿਰ ਜਦੋਂ ਕਾਂਗਰਸ ਆਏ, ਫਿਰ ਲੋਕਾਂ ਨੂੰ ਸਮਝ ਆ ਗਿਆ ਮਾਫੀਆ ਤਾਂ ਸਿੰਡੀਕੇਟਸ ਬਣੇ ਹੋਏ ਨੇ। ਦੋਵੇਂ ਪਾਰਟੀ ਦੇ ਲੋਕ ਹੁੰਦੇ ਨੇ, ਜਿਹੜੀ ਪਾਰਟੀ ਦਾ ਗਵਰਨੈਂਸ ਹੁੰਦੀ ਉਹਦੇ ਲੋਕ ਸਾਹਮਣੇ ਆ ਜਾਂਦੇ ਨੇ, ਸਾਡਾ ਮਾਫੀਆ ਨਾ ਤੋੜੋ, ਸਾਡਾ ਮਾਫੀਆ ਨਾ ਤੋੜੋ। ਹੁਣ ਤੀਜੀ ਪਾਰਟੀ ਆ ਗਈ ਹੈ, ਲੋਕਾਂ ਨੇ ਜਿਹੜਾ ਵੋਟ ਇਹਨਾਂ ਨੂੰ ਪਾਈ ਹੈ, ਸਾਰੇ ਵੱਡੇ ਕੱਢਤੇ ਹੈਗੇ ਆ, ਇਸ਼ਾਰਾ ਆਹੀ ਹੈਗਾ ਕਿ ਮਾਫੀਏ ਤੋੜ ਦੋ ਸਾਰੇ। ਇੱਥੇ ਮੈਂ ਸਿੱਧੂ ਮਾਡਲ ਤੋਂ ਲਊਂਗਾ ਫਿਰ ਸਮਾਂ। ਸਿੱਧੂ ਦਾ ਮਾਡਲ ਸੀਗਾ ਕਿ ਅਸੀਂ ਇਹਨਾਂ ਦੇ ਬਣਾ ਦਈਏ, ਇਹਨਾਂ ਦੀ ਕੰਪਨੀਆਂ ਬਣਾ ਦਈਏ। ਉਹ ਕਰਨ ਦੀ ਬਹੁਤ ਲੋੜ ਹੈ ਪੰਜਾਬ ਨੂੰ ਇਸ ਵੇਲੇ, ਕਿਉਂਕਿ ਆ ਜਿਹੜਾ ਪੈਸਾ ਵੱਟ ਰਹੇ ਨੇ ਜਿਹੜੇ ਸੈਂਡ ਮਾਫੀਆ ਤੋਂ, ਲਿਕਰ ਮਾਫੀਆ ਤੋਂ, ਟਰਾਂਸਪੋਰਟ ਮਾਫੀਆ ਤੋਂ, ਜਿੰਨੇ ਮਾਫੀਆਜ਼ ਬਣੇ ਹੋਏ ਨੇ, ਇਹ ਪੈਸਾ ਸਟੇਟ ਨੂੰ ਆਵੇ ਨਾ, ਇਹ ਪੈਸਾ ਲੋਕਾਂ ਦੀ ਜੇਬਾਂ 'ਚ ਕਿਉਂ ਜਾ ਰਿਹਾ ਹੈਗਾ? ਇਹ ਬਹੁਤ ਜ਼ਰੂਰੀ ਹੈਗਾ ਕਰਨਾ, ਇਹ ਇਮੀਡੀਏਟਲੀ ਕਰਨ ਦੀ ਲੋੜ ਹੈ। ਜਿਵੇਂ ਤੁਸੀਂ ਕਿਹਾ ਅੱਜ ਟਰੱਕ ਬੰਦ ਹੋ ਗਏ, ਉਹ ਬੰਦ ਹੀ ਰਹਿਣ ਹੁਣ ਉਹ ਟਰੱਕ, ਉਹਨੂੰ ਸਟੇਟ ਚਲਾਵੇ ਜਦੋਂ ਚਲਾਉਣਾ ਹੋਵੇ। ਦੇਖੋ ਇਹ ਬੜੀ ਅਜੀਬ ਜੀ ਗੱਲ ਹੈ ਕਿ ਅਸੀਂ ਨਿਊ ਲਿਬਰਲਾਈਜੇਸ਼ਨ ਦੇ ਐਨ ਚਰਮ ਸੀਮਾ ਤੇ ਹੈਗੇ ਆ, ਪਰ ਅਸੀਂ ਮੰਗ ਇਹ ਕਰ ਰਹੇ ਹਾਂ ਕਿ ਥੋੜਾ ਸਟੇਟ ਰੈਗੂਲਰਾਈਜੇਸ਼ਨ ਵਧਾਵੇ ਆਪਣੀ, ਹੈ ਨਾ, ਕਿਉਂਕਿ ਅਸੀਂ ਸਮਝ ਲਿਆ ਕਿ ਇਹ ਕਰਪਸ਼ਨ ਦਾ ਗੜ ਬਣ ਜਾਂਦਾ ਹੈ ਜਾਂ ਓਪਨ ਕਰਨਾ ਇਕੋਨਮੀ ਨੂੰ। ਤੀਜੀ ਗੱਲ ਜਿਹੜੀ ਮੈਨੂੰ ਇਮੀਡੀਏਟਲੀ ਜਿਹੜੀ ਲੱਗਦੀ ਹੈਗੀ ਹੈ ਕਿ ਆ ਜਿਹੜਾ BSF ਦੀ ਪ੍ਰੈਜ਼ੈਂਸ ਹੈ, ਆ ਜਿਹੜਾ ਬਾਰਡਰ ਸਟੇਟ ਦਾ ਜਿਹੜਾ ਇੱਕ ਜੁਮਲਾ ਜਿਹੜਾ BJP ਚਲਾਉਂਦੀ ਰਹਿੰਦੀ ਹੈ, ਆ ਕੱਲ ਪਰਸੋਂ ਹੀ ਮਿਜ਼ਾਈਲ ਛੱਡਿਆ ਗਿਆ, ਐਵੇਂ ਛੱਡਿਆ ਗਿਆ ਜੀ, ਸਰਸੇ ਤੋਂ ਮਿਜ਼ਾਈਲ ਪਹੁੰਚ ਗਿਆ ਉੱਥੇ ਪਾਕਿਸਤਾਨ। ਜੇ ਪਾਕਿਸਤਾਨ ਵਾਲੇ ਛੱਡ ਦਿੰਦੇ ਨਾ, ਇੱਧਰ ਜੰਗ ਲਗਾ ਦੇਣੀ ਸੀ ਇਹਨਾਂ ਨੇ। ਇਹਨਾਂ ਸਾਰੀਆਂ ਗੱਲਾਂ ਨੂੰ ਨਾ ਥੋੜਾ ਪਿੱਛੇ ਕਰਨਾ ਪਊਗਾ, ਬਹੁਤ ਜ਼ਰੂਰੀ ਹੈ। ਕਿਉਂਕਿ ਤੁਸੀਂ ਕਿ ਪੁੱਛਿਆ ਸੀ ਮੈਨੂੰ ਬੰਗਲੌਰ 'ਚ ਬੈਠੇ ਤੁਹਾਨੂੰ ਪੰਜਾਬ ਕਿਵੇਂ ਦਿਸਦਾ, ਜਿਹੜਾ ਗੋਦੀ ਮੀਡੀਆ ਹੈਗਾ ਉਹ ਤਾਂ ਇਹੋ ਜਿਹੇ ਪ੍ਰੋਜੈਕਟ ਕਰਦਾ ਰਹਿੰਦਾ ਪੰਜਾਬ ਨੂੰ ਕਿ ਇਹ ਤਾਂ ਡਿਸਟਰਬ ਦੇ ਬਸ ਐ ਕੰਢੇ ਤੇ ਖੜਾ ਜੀ, ਡਿਸਟਰਬ ਤੇ ਇੱਥੇ ਬਸ ਹੁਣ ਕੁਛ ਨਾ ਕੁਛ ਹੋ ਜਾਣਾ ਹੈਗਾ। ਇਹ ਨੈਰੇਟਿਵ ਅਗਲੇ 2 ਸਾਲਾਂ ਵਿੱਚ ਜਿਉਂ-ਜਿਉਂ ਆਪ ਸਟੇਬਲਾਈਜ਼ ਹੋਊਗੀ ਪੰਜਾਬ ਵਿੱਚ, ਤਿਉਂ-ਤਿਉਂ BJP ਖਰਾਬ ਕਰਨਾ ਚਾਹੂਗੀ ਪੰਜਾਬ ਨੂੰ, ਬੜੀ ਕਲੀਅਰ ਹੈ ਗੱਲ। ਉਹ ਨੈਰੇਟਿਵ ਚੇਂਜ ਕਰਨ ਦੀ ਬਹੁਤ ਲੋੜ ਹੈਗੀ ਹੈ। ਪ੍ਰੋਜੈਕਸ਼ਨ ਜਿਹੜੀ ਆਪਣੀ ਕਰੋਗੇ, ਉਹ ਤੁਸੀਂ ਆਪਣੀ ਸਾਂਝੀਵਾਲਤਾ ਦੀ, ਆਪਣੀ ਪੰਜਾਬੀਅਤ ਦੀ, ਆ ਜਿਹੜਾ ਇਲੈਕਸ਼ਨਾਂ ਵਿੱਚ ਜਿਵੇਂ ਦੇਖਿਆ ਕਿ ਹਿੰਦੂ, ਸਿੱਖ, ਦਲਿਤ ਦਾ ਇੰਨਾ ਜ਼ਿਆਦਾ ਫਰਕ ਨਾ ਰੱਖ ਕੇ ਲੋਕਾਂ ਨੇ ਵੋਟ ਇਕੱਠੇ ਪਾਈ ਹੈ, ਆ ਨੈਰੇਸ਼ਨ ਬਣਾਉਣਾ ਬਹੁਤ ਜ਼ਰੂਰੀ ਹੈ ਹੁਣ ਤੋਂ ਹੀ, ਤਾਂ ਕਿ ਜਦੋਂ ਉਹ ਸਾਰਾ ਕੁਝ ਹੋਣ ਲੱਗੇਗਾ ਉਹ ਆਪਣੇ ਆਪ। ਉਹਦੇ ਵਾਸਤੇ ਪਹਿਲੀ ਚੀਜ਼ ਕੀ ਕਰਨੀ, 2 ਚੀਜ਼ਾਂ ਕਰਨੀਆਂ। ਇੱਕ ਤਾਂ ਜਿਹੜਾ ਆ ਬੇਅਦਬੀ ਕਾਂਡ ਜਿਹੜਾ ਹੋਇਆ ਸੀਗਾ ਬਹਿਬਲ ਕਲਾਂ ਵਾਲਾ, ਫਟਾਫਟ ਕਰੋ ਪਰਚੇ ਯਾਰ ਬਾਦਲਾਂ ਦੇ ਖਿਲਾਫ, ਖਤਮ ਹੋ ਗਈ ਗੱਲ। ਦੂਜਾ ਮੌਰ ਮੰਡੀ ਵਾਲਾ ਜਿਹੜਾ ਹੋਇਆ ਸੀ ਬਲਾਸਟ ਪਿਛਲੀ ਇਲੈਕਸ਼ਨ ਤੋਂ ਪਹਿਲਾਂ, ਉਹ ਦਿਖਾ ਦਿਓ ਕਿ ਸਰਸੇ ਵਾਲਾ ਸਾਧ ਹੀ ਸੀਗਾ ਉਹਦੇ ਵਿੱਚ, ਸਾਰਿਆਂ ਨੂੰ ਪਤਾ ਹੈਗਾ। 2-3 ਇਹੋ ਜਿਹੇ ਜਸਟਿਸ ਵਾਲੀਆਂ ਚੀਜ਼ਾਂ ਦੇ ਚੱਕ ਕੇ ਰੱਖ ਦੋਗੇ ਨਾ ਲੋਕਾਂ ਦੇ ਸਾਹਮਣੇ, ਲੋਕਾਂ ਨੂੰ ਭਰੋਸਾ ਵੱਧ ਜਾਊਗਾ ਤੁਹਾਡੇ ਵਿੱਚ, ਨੈਰੇਟਿਵ ਚੇਂਜ ਹੋਊਗਾ। ਪਰ ਸੰਧੂ ਸਾਹਿਬ, ਕੁਝ ਇੱਕ ਚੀਜ਼ਾਂ ਜਿਹੜੀਆਂ ਜਿਵੇਂ ਤੁਸੀਂ ਬੜੇ ਸਿੱਧੇ ਰੂਪ ਚ ਕਹਿ ਦਿੱਤਾ ਕਿ ਇਹ ਬਾਦਲਾਂ ਦੇ ਖਿਲਾਫ ਪਰਚਾ ਕਰ ਦੋ, ਮੈਨੂੰ ਲੱਗਦਾ ਕਿ ਇਹ ਜਲਦਬਾਜ਼ੀ ਹੈ ਤੇ ਕਾਹਲੀ ਹੈ। ਕਿੰਨੀ ਜਲਦਬਾਜ਼ੀ ਹੈ? ਨਹੀਂ, ਦੋ ਕਮਿਸ਼ਨ ਬਣ ਗਏ, ਐਸਆਈਟੀਆਂ ਬਣ ਗਈਆਂ। ਦੇਖੋ ਨਹੀਂ, ਮੇਰਾ ਮੰਨਣਾ ਇਹ ਹੈ ਕਿ ਅਸੀਂ ਇਹਨਾਂ ਪਲੇਟਫਾਰਮਸ ਤੋਂ ਇਹ ਨਹੀਂ ਕਹਿ ਸਕਦੇ ਜਿੰਨਾ ਚਿਰ ਕੋਈ ਜਾਂਚ, ਕਿਉਂਕਿ ਹੁਣ ਕੁੰਵਰ ਵਿਜੇ ਪ੍ਰਤਾਪ ਇਹਨੂੰ ਲਗਭਗ 2 ਸਾਲ ਜਾਂਚ ਨੂੰ ਕੰਢੇ ਤੇ ਲੈ ਕੇ ਆਏ।
ਇਹ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਇਹਨੂੰ ਉਹ ਕਹਿਣ, ਆਪਾਂ ਤੁਸੀਂ ਕਹਿੰਦੇ ਹੋ ਮੈਂ ਕਹਿੰਦਾ ਜੋਧਕਾ ਸਾਹਿਬ ਕਹਿੰਦੇ ਚੰਗਾ ਨਹੀਂ ਲੱਗਦਾ। ਦੇਖੋ ਗੱਲ ਇਹ ਹੈ ਕਿ ਇੱਕ ਹਾਈ ਕੋਰਟ ਦੀ ਜੱਜਮੈਂਟ ਚ ਹੈ, ਦੇਖੋ ਆਪਾਂ ਉਹਦੇ ਖਿਲਾਫ ਜਾ ਰਹੇ ਹੋਵਾਂਗੇ। ਉਹਨਾਂ ਲਿਖਿਆ ਹੈ ਕਿ ਇੱਕ ਮੁੱਖ ਮੰਤਰੀ ਜੇ ਡੀਜੀਪੀ ਨਾਲ ਗੱਲ ਕਰਦਾ ਹੈ ਤੇ ਉਹ ਚ ਬੁਰਾਈ ਕੀ ਆ। ਉਹ ਸਾਰੀਆਂ ਚੀਜ਼ਾਂ ਦੇ ਵਿੱਚ ਅਸੀਂ ਮੈਨੂੰ ਲੱਗਦਾ ਕਿ ਗਲਤ ਹੋ ਜਾਾਂਗੇ ਜੇ ਅਸੀਂ ਕਹਿ ਰਹੇ ਹਾਂ। ਆਪਾਂ ਇਹ ਕਹਿ ਸਕਦੇ ਹਾਂ ਕਿ ਤੁਸੀਂ ਜਾਂਚ ਨੂੰ ਸਿਰੇ ਲਾਓ। ਗੱਲ ਇਹ ਹੈ ਕਿ ਹਾਂ ਦੂਜੀ ਗੱਲ ਆ ਕਿ ਜਿਹੜਾ ਡੇਰੇ ਸਿਰਸੇ ਵਾਲੇ ਸਾਧ ਦੀ ਗੱਲ ਆ, ਉਹ ਵੀ ਜਾਂਚ ਤੁਸੀਂ ਆਪਾਂ ਟਾਈਮ ਬਾਉਂਡ ਕਰ ਸਕਦੇ ਆ। ਇਹ ਮੰਗ ਰੱਖ ਸਕਦੇ ਆ ਕਿ ਮਹੀਨੇ 'ਚ ਸਭ ਮੁਕਾਓ। ਜੇ ਬਾਦਲ ਕੇ ਨਹੀਂ ਦੋਸ਼ੀ ਤੇ ਉਹਨਾਂ ਨੂੰ ਕਿਉਂ ਘਸੀਟਦੇ ਹੋ, ਤੇ ਜੇ ਉਹ ਦੋਸ਼ੀ ਨੇ ਤਾਂ ਉਹਨਾਂ ਨੂੰ ਬਖਸ਼ਦੇ ਕਿਉਂ ਜੇ? ਨਸ਼ਿਆਂ ਦੇ ਮਾਮਲੇ 'ਚ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਤੁਸੀਂ ਪੱਕੇ ਤੌਰ ਤੇ ਸਜ਼ਾਵਾਂ ਲਈ ਡੇ ਬਾਈ ਡੇ ਦੇ ਆਧਾਰ ਤੇ ਮਾਨਯੋਗ ਹਾਈ ਕੋਰਟ ਕੋਲ ਜਾਵੇ ਹਾਂ ਸਾਰੀ ਕੈਬਨਿਟ ਕਿ ਸਾਨੂੰ ਜਿਹੜਾ ਤੁਸੀਂ ਇੱਕ ਫਾਸਟ ਟਰੈਕ ਅਦਾਲਤ ਦੇ ਦਿਓ ਜੀ। ਕਦੋਂ ਮਨਾ ਕਰਦੇ ਨੇ ਅਗਲੇ? ਸਵਾਲ ਤਾਂ ਜੋਧਕਾ ਸਾਹਿਬ ਇੱਕ ਹੁਣ ਗੱਲ ਨੂੰ ਜਾਂਦੇ ਜਾਂਦੇ ਸਿਰੇ ਲਾ ਜਿਓ। ਬਾਕੀ ਜੀ ਇੱਕ ਗੱਲ ਮੈਂ ਕਹਿਣੀ ਨਹੀਂ ਬਿਲਕੁਲ ਸਹੀ ਗੱਲ ਹੈ ਤੁਹਾਡੀ, ਜਿਹੜੀ ਗਵਰਨਮੈਂਟ ਦਾ ਤੁਸੀਂ ਕਹਿ ਲਓ ਪਹਿਲੇ। ਨਹੀਂ ਸਰ, ਓਕੇ, ਇੱਕ ਲਾਸਟ ਪੁਆਇੰਟ ਜਿਹੜਾ ਮੈਨੂੰ 2-3 ਦਿਨਾਂ ਤੋਂ ਉਹੀ ਮੈਂ ਗੱਲਾਂ ਕਰ ਰਿਹਾ ਪੰਜਾਬ। ਦੇਖੋ ਆਪਾਂ ਬੜਾ ਹੀ ਕਲੀਅਰ ਹੋ ਗਿਆ, ਜਿੱਥੇ ਪਿਛਲੀ ਵਾਰੀ ਅਕਾਲੀ ਸੀ ਉੱਥੇ ਹੁਣ ਕਾਂਗਰਸ ਪਹੁੰਚ ਗਈ। ਅਗਲੀ ਵਾਰੀ ਵਿੱਚ ਕਾਂਗਰਸ ਉੱਥੇ ਪਹੁੰਚ ਚੁੱਕੀ ਜਿੱਥੇ ਹੁਣ ਅਕਾਲੀ ਖੜੇ ਨੇ। ਇਹ ਦੋਵੇਂ ਟ੍ਰੈਡੀਸ਼ਨਲ ਪਾਰਟੀਆਂ ਵਿੱਚੋਂ ਲੋਕਾਂ ਦਾ ਭਰੋਸਾ ਉੱਠ ਗਿਆ ਹੈਗਾ। ਉਹ ਕਾਂਗਰਸ ਨੂੰ ਹੁਣ ਦੁਬਾਰਾ ਰਿਵਾਈਵ ਕਰਨਾ, ਉਹ ਸਭ ਕਰਨਾ, ਉਹਦੀ ਥਾਂ ਤੇ ਮੈਨੂੰ ਜਿਹੜਾ ਲੱਗਦਾ ਹੈ ਕਿ ਆਪ ਨੇ ਕਾਂਗਰਸ ਦੀ ਜਗ੍ਹਾ ਲੈ ਲਈ ਹੈ ਪੰਜਾਬ ਦੀ ਪੋਲਿਟਿਕਸ ਵਿੱਚ। ਪਰ ਜਿਹੜੀ ਅਕਾਲੀ ਦੀ ਸਪੇਸ ਹੈਗੀ ਹੈ, ਇੱਕ ਰੀਜਨਲ ਪਾਰਟੀ ਜਿਹੜੇ ਆਪਣੇ ਰੀਜਨ ਤੇ ਫੋਕਸਡ ਹੋਵੇ, ਉਹਦੀਆਂ ਮੰਗਾਂ ਉਠਾਵੇ, ਉਹ ਸਪੇਸ ਹੁਣ ਖਾਲੀ ਹੋਈ ਪਈ ਹੈ ਪੰਜਾਬ 'ਚ। ਤੇ ਇੱਕ ਆਪੋਜੀਸ਼ਨ ਪਾਰਟੀ ਹੁਣੇ ਤੋਂ ਹੀ, ਮੈਂ ਨਹੀਂ ਕਹਿ ਰਿਹਾ ਕਿ ਕ੍ਰਿਟਿਸਿਜ਼ਮ ਕਰਨ ਵਾਸਤੇ ਖੜੇ ਹੋ ਜਾਓ, ਨਾ ਦਿਓ ਉਹਨਾਂ ਨੂੰ ਹਨੀਮੂਨ ਪੀਰੀਅਡ ਦੇ ਦਿਓ, 100 ਦਿਨ ਦੇ ਦਿਓ, 6 ਮਹੀਨੇ ਦੇ ਦਿਓ, ਸਾਲ ਦੇ ਦਿਓ, ਪਰ ਕੋਈ ਇੱਕ ਹੋਰ ਆਲਟਰਨੇਟਿਵ ਖੜਾ ਕਰਨਾ ਬਹੁਤ ਜ਼ਰੂਰੀ ਹੈਗਾ ਪੰਜਾਬ ਦੀ ਹੈਲਥ ਵਾਸਤੇ। ਡੈਮੋਕ੍ਰੇਸੀ ਵਿੱਚ ਆਪੋਜੀਸ਼ਨ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਅਗਲੇ ਇਹੀ 10 ਸਾਲਾਂ ਤੋਂ ਆਪਾਂ ਦੇਖ ਰਹੇ ਕਿ ਇੱਕ ਲਾਰਜ ਪਾਰਟੀ, ਉਹਦਾ ਫਿਰ ਅਹਿਮ ਚਰਮ ਸੀਮਾ ਤੇ, ਫਿਰ ਉਹ ਗਲਤ ਪਾਲਿਸੀਆਂ ਬਣਾਉਂਦਾ, ਫਿਰ ਉਹ ਇਲੈਕਸ਼ਨਾਂ ਜਿੱਤ ਜਾਂਦਾ, ਇੱਕ ਜਿਵੇਂ ਵੋਟਿੰਗ ਹੁੰਦੀ ਹੈ ਉਸ ਹਿਸਾਬ ਨਾਲ। ਉਹਦੇ ਨਾਲ ਦੇਸ਼ ਦਾ ਭਲਾ ਨਹੀਂ ਹੋ ਰਿਹਾ, ਨਾ ਹੀ ਸਟੇਟ ਦਾ ਭਲਾ ਹੋ ਰਿਹਾ। ਜੀ ਜੋਧਕਾ ਸਾਹਿਬ ਜੀ। ਨਹੀਂ, ਉਹ ਜਿਹੜਾ ਪੋਲੀਟੀਕਲ ਪ੍ਰੋਸੈਸ ਉਹ ਚੱਲਦਾ ਰਹਿਣਾ ਚਾਹੀਦਾ ਹੈਗਾ, ਤੇ ਚੰਗੀ ਗੱਲ ਹੈ ਜੇ ਆਪੋਜੀਸ਼ਨ ਪਾਰਟੀਆਂ ਹੋਣ। ਸਾਨੂੰ ਕੋਈ ਪਤਾ ਨਹੀਂ ਕਿਹੜੀ ਪਾਰਟੀ ਆਪਣੇ ਆਪ ਨੂੰ ਰਿਵਾਈਵ ਕਰੂਗੀ, ਅਕਾਲੀ ਰਿਵਾਈਵ ਕਰਦੇ ਆ ਜਾਂ ਕਾਂਗਰਸ ਰਿਵਾਈਵ ਕਰਦੀ ਆ, ਉਹਦੇ ਕਈ ਹੋਰ ਸਾਰੇ ਫੈਕਟਰਸ ਹੁੰਦੇ ਆ। ਵੀ ਕਾਂਟ ਜਸਟ ਹੈਵ ਕਾਈਂਡ ਆਫ ਵਿਸ਼ਫੁਲ ਥਿੰਕਿੰਗ, ਤੇ ਉਹ ਆਪਾਂ ਇੰਪੋਜ਼ ਨਹੀਂ ਕਰ ਸਕਦੇ। ਪਰ ਜਿਹੜੀ ਬਾਕੀ ਦੂਜੀ ਗੱਲ ਤੁਸੀਂ ਕਹਿ ਰਹੇ ਸੀ, ਇਸ ਟਾਈਮ ਸਭ ਤੋਂ ਵੱਡਾ ਇੰਪੋਰਟੈਂਟ ਚੀਜ਼ ਹੈਗਾ ਕਿ ਨੈਰੇਟਿਵ ਵਾਪਸ ਪੰਜਾਬ ਦੇ ਵਿਕਾਸ ਤੇ ਲੈ ਕੇ ਆਇਆ ਜਾਏ। ਇਹ ਜਿਹੜੀਆਂ ਸਾਰੀਆਂ ਗੱਲਾਂ ਜ਼ਰੂਰੀ ਹੈਗੀਆਂ, ਉਹਨਾਂ ਦੇ ਜਸਟਿਸ ਹੋਣਾ ਚਾਹੀਦਾ, ਉਹਨਾਂ ਦਾ ਹਿਸਾਬ ਕਿਤਾਬ ਕੀਤਾ ਜਾਣਾ ਚਾਹੀਦਾ। ਲੋਕਾਂ ਨੂੰ ਉਹ ਗੱਲਾਂ ਕਰਨੀਆਂ ਪਈਆਂ ਕਿਉਂਕਿ ਸਟੇਟ ਇੰਸਟੀਟਿਊਸ਼ਨਸ ਕੰਮ ਕਰਨੇ ਬੰਦ ਕਰਤੇ ਸੀ। ਹੁਣ ਜਸਟਿਸ ਦਾ ਪ੍ਰੋਸੈਸ, ਜਿਵੇਂ ਤੁਸੀਂ ਕਿਹਾ, ਪੁਲਿਸ ਦੇ ਐਡਮਿਨਿਸਟ੍ਰੇਸ਼ਨ ਹੈਗੀ, ਜੁਡੀਸ਼ੀਅਲ ਸਿਸਟਮ ਹੈਗੇ, ਉਹਨਾਂ ਨੂੰ ਆਪਣਾ ਕੰਮ ਖਤਮ ਕਰਨਾ ਚਾਹੀਦਾ, ਉਹਦੇ ਵਿੱਚ ਪੋਲੀਟੀਕਲ ਇੰਟਰਫੇਰੈਂਸ ਨਾ ਹੋਏ, ਤੇ ਉਹ ਚੰਗਾ ਪੋਲਿਟਿਕਸ ਵਾਸਤੇ, ਕਿਉਂਕਿ ਨੈਰੇਟਿਵ ਬਦਲ ਜਾਂਦਾ ਹੈਗਾ। ਉਹ ਪੋਲੀਟੀਸ਼ੀਅਨ ਚਾਹੁੰਦੇ ਆ ਕਿ ਨੈਰੇਟਿਵ ਬਦਲਿਆ ਰਹੇ, ਤਾਂ ਕਿ ਜਿਹੜਾ ਉਹ ਸਾਡਾ ਕਰਪਸ਼ਨ ਦਾ ਧੰਦਾ ਚੱਲਦਾ ਰਹੇ, ਇੱਧਰ ਦਾ ਵੀ ਚੱਲਦਾ ਰਹੇ, ਹਿੰਦੂ ਮੁਸਲਮਾਨ ਦਾ ਕਰ ਦਿੰਦੇ ਜਿਵੇਂ ਇੰਡੀਆ ਦੇ ਵਿੱਚ, ਤੇ ਰੀਅਲ ਇਸ਼ੂ ਜਿਹੜੇ ਉਹ ਪਾਸੇ ਹੋ ਜਾਂਦੇ ਹੈਗੇ। ਤੇ ਰੀਅਲ ਇਸ਼ੂ ਕਿਹੜੇ ਹੈਗੇ? ਰੀਅਲ ਇਸ਼ੂ ਡਿਵੈਲਪਮੈਂਟ ਦੇ ਹੈਗੇ ਪੰਜਾਬ ਦੇ ਵਿੱਚ। ਤੁਸੀਂ ਖੇਤੀ ਦਾ ਤੁਹਾਡਾ ਜਿਹੜਾ ਕ੍ਰਾਈਸਿਸ ਹੈਗਾ, ਉਹਨੂੰ ਖੇਤੀ ਦਾ ਕ੍ਰਾਈਸਿਸ ਕਈ ਲੈਵਲ ਤੇ ਹੈਗਾ, এনवायरमेंटल ਕ੍ਰਾਈਸਿਸ ਹੈਗਾ, ਬੜਾ ਸੀਰੀਅਸ ਕ੍ਰਾਈਸਿਸ ਹੈਗਾ। ਗ੍ਰੀਨ ਰੈਵੋਲੂਸ਼ਨ ਦੀ ਜਿਹੜੀ ਟੈਕਨੋਲੋਜੀ ਸੀਗੀ ਉਹ ਖਤਮ ਹੋ ਗਈ ਹੈ, ਉਹਦੀ ਵੈਲਿਊ ਨਹੀਂ ਰਹੀ। ਹੁਣ ਉਸ ਟਾਈਮ ਤੁਹਾਨੂੰ ਕਿਵੇਂ ਕਰੋਗੇ? ਉਸ ਤੋਂ ਬਾਹਰ ਨਿਕਲ ਕੇ ਕੀ ਤੁਸੀਂ ਐਗਰੀਕਲਚਰਲਿਸਟਸ ਨੂੰ ਆਪਸ਼ਨ ਦਿਓਗੇ? ਉਹ ਇੱਕ ਬਹੁਤ ਵੱਡਾ ਇਸ਼ੂ ਹੈਗਾ, ਤੇ ਉਹਦੇ ਵਾਸਤੇ ਕਿਵੇਂ ਸੋਚਿਆ ਜਾਏ ਕਿ ਵਾਇਬਲ ਆਪਸ਼ਨਸ ਕੀ ਹੈਗੇ। ਲੋਕੀ ਕਹਿ ਤਾਂ ਦਿੰਦੇ ਜੀ ਨੈਚੁਰਲ ਫਾਰਮਿੰਗ ਕਰਦੇ, ਨੈਚੁਰਲ ਫਾਰਮਿੰਗ ਨਾਲ ਸ਼੍ਰੀਲੰਕਾ ਦਾ ਭੱਠਾ ਬੈਠ ਗਿਆ। ਤੁਹਾਨੂੰ ਉਹਦੇ ਵਾਇਬਲ ਆਪਸ਼ਨਸ ਦੇਖਣੇ ਪੈਣੇ ਆ ਕਿ ਤੁਸੀਂ ਐਗਰੀਕਲਚਰ ਨੂੰ ਡਾਈਵਰਸਿਫਾਈ ਕਰਦੇ ਹੋ। ਤੇ ਲੋਕੀ ਤਿਆਰ ਨੇ ਇਸ ਟਾਈਮ, ਕਿਉਂਕਿ ਕਿਸਾਨ ਅੰਦੋਲਨ ਤੋਂ ਆਇਆ, ਉਹਨਾਂ ਦੀ ਸਿਰਫ ਕੌਨਸ਼ੀਅਸਨੈਸ ਪੋਲੀਟੀਕਲ ਵਾਸਤੇ ਨਹੀਂ ਵੱਧੀ, ਉਹਨਾਂ ਦੀ ਕੌਨਸ਼ੀਅਸਨੈਸ ਆਪਣੇ ਵੈਲਫੇਅਰ ਵਾਸਤੇ ਵੀ ਵੱਧੀ ਹੈਗੀ। ਉਹ ਕੀ ਹੈਗਾ, ਖੇਤਾਂ ਦਾ ਕੀ ਕਰਨਾ ਹੈਗਾ, ਸ਼ਹਿਰਾਂ ਦਾ ਕੀ ਕਰਨਾ ਹੈਗਾ, ਮਾਈਗ੍ਰੇਸ਼ਨ ਦਾ ਕੀ ਕਰਨਾ ਹੈਗਾ, ਗਲੋਬਲ ਕੰਟੈਕਸਟ ਦਾ ਕੀ ਕਰਨਾ ਹੈਗਾ, ਉਹ ਲਿਆ ਕੇ ਬਾਕੀ ਜਿਹੜੇ ਰੀਅਲ ਇਸ਼ੂ ਹੈਗਾ, ਐਮਪਲੋਇਮੈਂਟ ਦਾ ਇਸ਼ੂ ਹੈਗਾ, ਅਨਐਮਪਲੋਇਮੈਂਟ ਦਾ, ਉਹਨੂੰ ਕਿਵੇਂ ਕਰੋਗੇ? ਜੈਂਡਰ ਦਾ ਸਾਡਾ ਇਸ਼ੂ ਹੈਗਾ, ਕਾਸਟ ਕਮਿਊਨਿਟੀ ਜਿਹੜੇ ਰਿਲੇਸ਼ਨਸ ਹੈਗੇ ਉਹਨਾਂ ਦੇ ਵਿੱਚ, ਸੋਸ਼ਲ ਡਿਵੈਲਪਮੈਂਟ, ਇਨਕਲੂਜਨ ਦਾ ਕਿਵੇਂ ਤੁਸੀਂ ਆਪਣਾ ਜਿਹੜਾ ਤੁਹਾਡਾ ਥਿੰਕਿੰਗ ਹੈ, ਰੀਜਨਲ ਥਿੰਕਿੰਗ ਜਿਹੜੇ ਹੈਗੇ, ਉਹਨੂੰ ਮਿਲਾ ਕੇ ਸਾਡੇ ਗੁਰੂਆਂ ਦਾ ਜਿਹੜਾ ਵਿਰਸਾ ਹੈਗਾ, ਉਹਦੇ ਵਿੱਚੋਂ ਡਿਵੈਲਪਮੈਂਟ ਥਿੰਕਿੰਗ ਢੂੰਢੀ ਜਾ ਸਕਦੀ ਹੈਗੀ। ਦੈਟ ਵੁੱਡ ਬੀ ਮਚ ਮੋਰ ਇਫੈਕਟਿਵ। ਲੋਕੀ ਰਿਲੇਟ ਕਰਨਗੇ ਉਹਦੇ ਨਾਲ, ਏਲੀਏਨੇਸ਼ਨ ਨਹੀਂ ਫੀਲ ਕਰਨਗੇ। ਉਹਦੇ ਸਾਰਾ ਕੁਝ ਹੈਗਾ, ਤੁਹਾਡੇ ਆਪਣੇ ਰਿਸੋਰਸਿਸ ਜਿਹੜੇ ਡੇਰੇ ਹੈਗੇ, ਇਹਨਾਂ ਨੂੰ ਕਿਉਂ ਨਹੀਂ ਤੁਸੀਂ ਲਗਾਉਂਦੇ? ਹਾਂ ਜੀ, ਤੁਸੀਂ ਆਪਣਾ এনवायरमेंट ਦਾ ਕੰਮ ਕਰੋ। ਉਹ ਇਸ ਕਰਕੇ ਡਾਇਰੈਕਸ਼ਨ ਦੇ ਕੇ, ਗੱਲ ਸਭ ਤੋਂ ਇੰਪੋਰਟੈਂਟ ਚੀਜ਼ ਹੈਗੀ ਕਿ ਨੀਅਤ ਇਹਨਾਂ ਦੀ ਸਾਫ਼ ਹੈ। ਪੰਜਾਬ ਨੂੰ ਵਾਪਸ ਤੁਸੀਂ ਇੱਕ ਟਰੈਕ ਤੇ ਲੈ ਕੇ ਆਣਾ, ਜਿੱਥੇ ਤੁਹਾਡਾ ਜਿਹੜਾ ਹੁਣ ਤੁਸੀਂ 10ਵੇਂ 11ਵੇਂ ਨੰਬਰ ਤੇ ਪਹੁੰਚ ਗਏ ਹੋ ਨੈਸ਼ਨਲ ਐਵਰੇਜ ਤੋਂ, ਤੁਹਾਡੀ ਇਨਕਮ
ਪਹਿਲੇ ਨੰਬਰ ਤੇ, ਨਹੀਂ ਤਾਂ ਪਹਿਲੇ 5 ਸਟੇਟਾਂ 'ਚ ਤੇ ਆ ਜਾਈਏ। ਸਾਡੇ ਪਾਵਰਟੀ ਦਾ ਲੈਵਲ ਬਹੁਤ ਘੱਟ ਹੈਗੀ, ਉਹਦੇ 'ਚ ਅਸੀਂ ਵੀ ਆਰ ਅਮੰਗ ਦ ਟੌਪ 5 ਸਟੇਟਸ। ਇਨਕਮ ਦੇ ਲੈਵਲ ਜੁੜੀਆਂ ਹੈਗੀਆਂ, ਕਿਉਂਕਿ ਇਨਇਕੁਆਲਿਟੀਜ਼ ਵੱਧ ਗਈ ਆ। ਜਿਵੇਂ ਇਹਨਾਂ ਨੇ ਕਿਹਾ, ਉਹ ਕੰਪਨੀਆਂ ਬਣ ਜਾਣਗੀਆਂ, ਪੈਸੇ ਤੁਹਾਡੇ ਰਿਸੋਰਸ ਹੋ ਜਾਣਗੇ, ਉੱਥੇ ਤੁਸੀਂ ਇਨਵੈਸਟਮੈਂਟ ਕਰੋਗੇ। ਲਿਕਰ ਟ੍ਰੇਡ ਤੇ ਵੀ ਬਹੁਤ ਜ਼ਿਆਦਾ ਇਨਵੈਸਟਮੈਂਟ ਕੀਤਾ ਜਾ ਸਕਦਾ, ਡਾਈਵਰਸਿਫਾਈ ਕਰਕੇ ਤੁਸੀਂ ਇੱਕ ਨਵਾਂ ਸਰਵਿਸ ਇੰਡਸਟਰੀ ਖੜੀ ਕਰ ਸਕਦੇ ਹੋ। ਇਸੇ ਤਰ੍ਹਾਂ ਜੋ ਤੁਹਾਡਾ ਸੈਂਡ ਵਾਲਾ ਹੈਗਾ, ਗਲੋਬਲਾਈਜ਼ ਕਿਵੇਂ ਕਰੋਗੇ ਆਪਣੇ ਆਪ ਉਸ ਚੀਜ਼ ਨੂੰ, ਨਵੀਂ ਟੈਕਨੋਲੋਜੀ ਲੈ ਕੇ ਆਓ, ਇੰਪਰੂਵ ਕਰਕੇ ਇਨਵੈਸਟਮੈਂਟ ਹੋਣਗੇ, ਐਮਪਲੋਇਮੈਂਟ ਵੀ ਮਿਲੇਗਾ, ਇਨਕਮ ਵੀ ਵਧੇਗੀ ਸਟੇਟ ਦੇ। ਇਹ ਚੀਜ਼ਾਂ ਸਾਰੀਆਂ ਐਗਜ਼ਿਸਟਿੰਗ ਢਾਂਚੇ ਦੇ ਵਿੱਚ ਰਹਿ ਕੇ ਕੀਤੀਆਂ ਜਾ ਸਕਦੀਆਂ। ਅਜੇ ਉਹਨਾਂ ਨੂੰ ਸੈਂਟਰ ਨਾਲ ਕਨਫਰੰਟੇਸ਼ਨ ਨਹੀਂ ਲੈਣੀ ਚਾਹੀਦੀ, ਇਸ਼ੂਜ਼ ਉਹ ਨਹੀਂ ਰੇਜ਼ ਕਰਨੇ ਚਾਹੀਦੇ ਜੇ ਨੌਨ ਇਸ਼ੂਜ਼ ਬਣ ਜਾਣ, ਤੇ ਉਸ ਹਿਸਾਬ ਨਾਲ ਦੇ ਸ਼ੁੱਡ ਬਿਗਿਨ देयर ਚੈਪਟਰ। ਜੀ 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 ਪ੍ਰੋਫੈਸਰ ਸਾਹਿਬ, ਤੁਹਾਡਾ ਸੰਪਰਕ ਟੁੱਟ ਰਿਹਾ। ਔਰ ਅਮਨਦੀਪ ਜੀ, ਸਿਰਫ ਲਾਸਟ ਲਾਈਨ ਦੇ ਵਿੱਚ ਕੁਝ ਕਹਿਣਾ ਤਾਂ ਲਾਸਟ ਨਾ, ਹੁਣ ਸ਼ਾਇਦ ਆਪ ਪੰਜਾਬ ਦੇ ਰਾਹਾਂ ਦੀ ਸਾਰ ਜਾਣ ਜਾਵੇ, ਇਹੀ ਉਹਨਾਂ ਨੂੰ ਮੁਬਾਰਕਬਾਦ ਹੈਗੀ ਹੈ। ਜੀ ਜੀ ਜੀ, ਸੋ ਥੈਂਕ ਯੂ। ਸ਼ੁਰੂਆਤ ਹੋਈ ਹੈ, ਦੇਖਦੇ ਹਾਂ ਕੀ ਹੁੰਦਾ ਅੱਗੇ। ਥੈਂਕ ਯੂ ਸੋ ਵੈਰੀ ਮਚ ਸਰ।